मेरे राम राय तू संतां का संत तेरे, मेरे राम राय तू संतां का संत तेरे। ਰਵਿੰਦਰ ਕੁਮਾਰ A35 ਮੁਕਤਸਰ ਤੋਂ। ਮੈਂ ਉੱਥੇ ਮੁੱਖ ਅਧਿਆਪਕਾਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ। ਇੱਕ ਗੱਲ ਮੈਂ ਜਿਹੜੀ ਮੇਰੇ ਤੋਂ ਪਹਿਲਾਂ ਬੋਲ ਕੇ ਗਿਆ ਛਿੰਦਰਪਾਲ ਜੀ, ਮੈਂ ਇਹਨਾਂ ਬਾਰੇ ਦੱਸਦੇ ਹਾਂ। ਕੱਲ੍ਹ 5 ਸਤੰਬਰ ਟੀਚਰਸ ਡੇ ਦੇ ਇਹਨਾਂ ਨੂੰ ਜ਼ਿਲ੍ਹਾ ਪੱਧਰ 'ਤੇ ਸਨਮਾਨਿਤ ਕੀਤਾ ਜਾ ਰਿਹਾ ਸੀ। ਇਹ ਉਸ ਪ੍ਰੋਗਰਾਮ ਛੱਡ ਕੇ ਇੱਥੇ ਆਏ ਆ। ਬੋਲੇ ਸੋ ਨਿਹਾਲ। ਜਿਸ ਭਾਵਨਾ ਦੇ ਤਹਿਤ ਇਹ ਪ੍ਰੋਗਰਾਮ ਛੱਡ ਕੇ ਆਏ ਆ, ਜਿਸ ਭਾਵਨਾ ਦੇ ਤਹਿਤ ਮੈਂ ਇਹ ਕਾਨਫਰੰਸ ਅਟੈਂਡ ਕੀਤੀ ਆ, ਮੈਂ ਸਮਝਦਾ ਵੀ ਮੈਂ ਸਹੀ ਫੈਸਲਾ ਸੀ ਮੇਰਾ ਕਾਨਫਰੰਸ 'ਤੇ ਆਉਣ ਦਾ। ਅਤੇ ਮੇਰੀ ਕੋਸ਼ਿਸ਼ ਹੋਊਗੀ ਵੀ ਅਗਰ ਮੈਂ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਫੰਕਸ਼ਨ ਆ ਮਿਸ ਨਾ ਕਰਾਂ। ਕਈ ਵਾਰੀ ਕੀ ਹੁੰਦਾ, ਜਿਵੇਂ ਹੁਣ ਉਹਨੇ ਬੱਸ ਲੇਟ ਹੋਣ ਦੀ ਗੱਲ ਕੀਤੀ, ਕਹਿੰਦੇ ਵੀ ਸ਼ਰਟ ਦਾ ਜੇ ਇੱਕ ਬਟਨ ਗਲਤ ਲੱਗ ਜੇ ਤਾਂ ਬਾਕੀ ਬਟਨ ਆਪਣੇ ਆਪ ਹੀ ਗਲਤ ਲੱਗਦੇ ਆ। ਤਾਂ ਉਹ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਹੈ। ਤਾਂ ਇਟ ਡਜ਼ਨਟ ਮੀਨ ਕਿ ਜੇ ਅੱਜ ਸ਼ਰਟ ਦੇ ਬਟਨ ਗਲਤ ਲੱਗੇ ਤਾਂ ਹਰੇਕ ਵਾਰੀ ਗਲਤੀ ਲੱਗਣਗੇ। ਤਾਂ ਉਹ ਕੋਈ ਐਡਾ ਇੰਨਾ ਜ਼ਿਆਦਾ ਪ੍ਰਬੰਧ ਸੀ ਵਰਿੰਦਰ ਵੀਰ ਜੀ ਦਾ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿਣੀ ਸੁਭਾਵਿਕ ਜੀ ਗੱਲ ਸੀ। ਕੋਈ ਖਾਸ ਗੱਲ ਨਹੀਂ, ਇਟਸ ਓਕੇ। ਬਹੁਤ ਵਧੀਆ ਸੁਝਾਅ ਵੀ, ਜੇ ਤਾਂ ਇਸ ਤੋਂ ਵਧੀਆ ਮੈਂ ਜਾਣਦਾ ਹਾਂ ਤਾਂ ਮੈਂ ਸੁਝਾਅ ਦੇ ਸਕਦਾ, ਅਤੇ ਨਾ ਮੈਂ ਹੋਰ ਕੀ ਸੁਝਾਅ ਦੇਣ ਜੋਗਾ ਜੀ। 4 ਕੰਮ ਕਰੂੰਗਾ। ਆਤਮ ਪ੍ਰਕਾਸ਼ ਦੀ ਮਿਸ਼ਨ ਦੀ ਸਫਲਤਾ ਲਈ ਅਰਦਾਸ ਵੀ ਕਰੂੰਗਾ, ਆਪਦੇ ਪਰਿਵਾਰ ਨੂੰ ਵੀ ਸੰਭਾਲੂੰਗਾ, ਆਪਦੇ ਸਕੂਲ 'ਚ ਵੀ ਇਹ ਗੱਲ ਰੱਖੂੰਗਾ, ਦਸਵੰਧ ਵੀ ਦੇਵਾਂਗਾ ਜੀ। ਥੈਂਕ ਯੂ। ਨੈਕਸਟ ਪਲੀਜ਼। ਰਜਿਸਟਰ ਨੰਬਰ G45। ਕਿਹੜਾ 45 ਜੀ? G45 G45 E45 ਜੀ G45। ਨਾਮ ਮੇਰਾ ਮਹਿੰਦਰਪਾਲ ਸਿੰਘ, ਸੀਨੀਅਰ ਪ੍ਰਚਾਰਕ ਹਾਂ ਸ਼੍ਰੋਮਣੀ ਕਮੇਟੀ ਵਿੱਚ। ਅੱਜ ਮੈਂ ਪੜ੍ਹਾ ਰਿਹਾ ਇੱਕ ਸਕੂਲ ਦੇ ਵਿੱਚ। ਮੈਂ ਕਾਲਜ ਵਿੱਚ ਪਹਿਲੇ ਨਹੀਂ ਪੜ੍ਹਾ ਚੁੱਕਾ ਜੀ। ਬੇਨਤੀ ਇਸ ਤਰ੍ਹਾਂ ਹੈਗੀ ਹੈ ਕਿ ਅਰਦਾਸ ਤੇ ਕਰਾਂਗੇ। ਸਾਡਾ ਮੌਲਿਕ ਜਿਹੜਾ ਅਸੂਲ ਹੈਗਾ ਸਿੱਖੀ ਦਾ ਅਰਦਾਸ ਹੀ ਹੈ। ਉਸ ਤੋਂ ਇਲਾਵਾ ਆਪਣਾ ਪਰਿਵਾਰ ਸੰਭਾਲਾਂਗੇ ਅਤੇ ਇੱਕ ਸਕੂਲ ਸੰਭਾਲਾਂਗੇ, ਜਿੱਥੇ ਮੇਰੀ ਡਿਊਟੀਆਂ ਸੰਭਾਲਾਂਗਾ ਮੈਂ। ਅਤੇ ਇੱਕ ਦੋਵੇਂ ਹੱਥ ਜੋੜ ਕੇ ਮੇਰੀ ਬੇਨਤੀ ਹੈਗੀ ਹੈ ਆਪ ਜੀ ਦੀ ਕੌਂਸਲ ਨੂੰ, ਉਹ ਹੈਗੀ ਹੈ ਕਿ ਜਦੋਂ ਵੀ ਕੋਈ ਗੁਰਮਤਿ ਦਾ ਸਮਾਗਮ ਸ਼ੁਰੂ ਕਰੀਏ, ਕਿ ਭਾਵੇਂ ਸਵੇਰ ਦਾ ਸੈਸ਼ਨ ਹੈ ਭਾਵੇਂ ਸ਼ਾਮ ਦਾ, 5 ਵਾਰੀ ਮੂਲਮੰਤਰ ਦਾ ਪਾਠ ਅਤੇ ਘੱਟੋ ਘੱਟ 5 ਵਾਰੀ ਗੁਰਮੰਤਰ ਦਾ ਜਾਪ ਜ਼ਰੂਰ ਕਰਵਾਈਏ ਸਾਰਿਆਂ ਨੂੰ। ਮੇਰੀ ਬੇਨਤੀ ਹੈਗੀ। ਅਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਹੈ, ਜੇ ਬਾਅਦ ਵਿੱਚ 5 ਮਿੰਟ ਮੈਨੂੰ ਮਿਲ ਜਾਣ ਦਾਸ ਨੂੰ, ਮੈਂ ਬੋਲਣ ਜੋਗਾ ਤਾਂ ਨਹੀਂ ਗਾ, ਅਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੁਛ ਗੱਲ, ਇੱਕ ਸਪਿਰਿਚੁਅਲ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਸਾਰਿਆਂ ਨਾਲ। ਠੀਕ, ਵਾਹਿਗੁਰੂ ਸਾਹਿਬ। ਬਹੁਤ ਬਹੁਤ ਧੰਨਵਾਦ। ਹਾਂਜੀ, ਮੈਂ ਹਿੰਦਰ ਸਿੰਘ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਬਸਿੰਘਾ ਜੀ। ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਨੰਬਰ ਬੋਲੋ ਜੀ। D21। ਹਾਂਜੀ, ਜਿਸ ਤਰ੍ਹਾਂ ਦੱਸਿਆ ਵੀ ਕੀ ਸਿੱਖਿਆ ਤੁਸੀਂ ਅਤੇ ਕੀ ਅਨੁਭਵ ਹੈ ਸਾਡਾ, ਅਤੇ ਮੈਂ ਕਹਿੰਦਾ ਵੀ ਇਹ ਆਤਮ ਪ੍ਰਕਾਸ਼ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਸਾਨੂੰ ਰੁੜਨਾ ਸਿਖਾਇਆ, ਫਿਰ ਤੁਰਨਾ ਸਿਖਾਇਆ, ਅਤੇ ਹੁਣ ਫਿਰ ਭੱਜਣਾ ਸਿਖਾਇਆ, ਅਤੇ ਭੱਜ ਕੇ ਅਸੀਂ ਇਨਾਮ ਲੈ ਲਿਆ ਹੁਣ ਸਾਰਿਆਂ ਤੋਂ। ਅਤੇ ਹੁਣ ਤੁਸੀਂ ਕੀ ਕਰਨਾ ਹੈ? ਆਪਾਂ ਇੱਕ ਤਾਂ ਪਲੀਜ਼, ਜਿਵੇਂ ਸਰ ਨੇ ਕਿਹਾ ਸੀ ਵੀ ਅਸੀਂ ਆਪ ਡਿਸਿਪਲਿਨ ਦੇ ਵਿੱਚ ਆਉਣਾ, ਰੋਲ ਮਾਡਲ ਬਣਨਾ ਹੈ। ਅਤੇ ਜੇ ਸਾਨੂੰ 9 ਵਜੇ ਦਾ ਟਾਈਮ ਦਿੱਤਾ ਗਿਆ ਅਤੇ ਅਸੀਂ ਹੌਲੀ ਹੌਲੀ ਧਰਤੀ ਤੋਂ ਪੁੱਛ ਕੇ, ਧਰਤੀ ਮਾਤਾ ਤੋਂ ਪੁੱਛ ਕੇ ਪੈਰ ਚੱਕਦੇ ਹਾਂ ਵੀ ਅਗਲਾ ਚੱਕ ਲਗੇ, ਤੈਨੂੰ ਭਾਰ ਤਾਂ ਨਹੀਂ ਲੱਗਦਾ। 9 ਵਜੇ ਦਾ ਟਾਈਮ ਦਿੱਤਾ ਅਤੇ ਅਸੀਂ ਉੱਥੇ ਆਰਾਮ ਨਾਲ ਫਿਰਦੇ ਹਾਂ। ਡਿਸਿਪਲਿਨ ਦੇ ਵਿੱਚ ਆਓ ਅਤੇ ਤਾਂ ਹੀ ਅਸੀਂ ਰੋਲ ਮਾਡਲ ਬਣਾਂਗੇ। ਨਹੀਂ ਤਾਂ ਬੱਚੇ ਸਾਤੋਂ ਬਹੁਤ ਚਲਾਕ ਨੇ, ਨਹੀਂ ਨਾ ਅਸੀਂ ਇੱਥੇ ਗੱਲਾਂ ਕਰਕੇ ਕਮੈਂਟਮੈਂਟ ਕਰਕੇ ਚਲੇ ਜਾਵਾਂਗੇ, ਕਰਨਾ ਕੁਝ ਕਰ ਨਹੀਂ ਸਕਣਾ ਬਹੁਤਾ, ਜਿੰਨਾ ਤਾਂ ਅਸੀਂ ਰੋਲ ਮਾਡਲ ਨਹੀਂ ਬਣਦੇ। ਫੋਕੇ ਵਹਿਮ ਭਰਮਾਂ ਨੂੰ ਛੱਡੋ, ਆ ਪਖੰਡਵਾਦ ਨੂੰ, ਮਤਲਬ ਉਹ ਵਸਤੂ ਸ਼ਾਸਤਰ ਨੂੰ, ਬੱਚਿਆਂ ਨੂੰ ਵੀ ਹਟਾਓ ਅਤੇ ਤੁਸੀਂ ਵੀ ਹਟੋ। ਅਤੇ ਮੈਂ ਇਸ ਸੰਸਥਾ ਨਾਲ ਕਮਿਟਮੈਂਟ ਕਰਦਾ ਹੈ ਕਿ ਅਸੀਂ ਇਹ ਮੈਕਸੀਮਮ ਜਿਹੜਾ ਹੈ ਦਸਵੰਧ ਇਸ ਸੰਸਥਾ ਨੂੰ ਦੇਵਾਂਗੇ। ਸਕੂਲ ਅਸੀਂ ਸੰਭਾਲਦੇ ਹਾਂ, ਮਾਪੇ ਵੀ ਸੰਭਾਲਾਂਗੇ, ਬੱਚੇ ਵੀ ਸੰਭਾਲਾਂਗੇ। ਧੰਨਵਾਦ ਜੀ। ਮਹਿੰਦਰ ਸਿੰਘ ਜੀ ਆਪਣੇ ਇਲਾਕੇ ਦੇ 10 ਸਕੂਲਾਂ ਨੂੰ ਸੰਭਾਲ ਰਹੇ ਨੇ ਜੀ। ਨੈਕਸਟ ਪਲੀਜ਼। E8 ਜੀ ਹਰਿੰਦਰਪਾਲ ਸਿੰਘ, ਹਰੀਕੇ ਕਲਾਂ ਸ੍ਰੀ ਮੁਕਤਸਰ ਸਾਹਿਬ ਬਾਬਾ ਨਾਨਕ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੋਂ ਆ ਜੀ। ਅਤੇ ਮੈਂ ਓਨੈਸਟਲੀ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਇੱਥੇ ਆ ਕੇ ਖੁਸ਼ੀ ਬਹੁਤ ਹੋਈ ਆ ਔਰ ਇੱਕ ਦੁੱਖ ਵੀ ਹੋਇਆ। ਔਰ ਮੈਂ ਪਹਿਲਾਂ ਦੁੱਖ ਦੱਸ ਦਿਆਂ ਕਿ ਮੈਂ ਪਿਛਲੇ ਸਾਲ ਜਿਹੜਾ ਇਹ ਸੈਸ਼ਨ ਹੈ ਜਿਹੜਾ ਜੁਆਇਨ ਨਹੀਂ ਕਰ ਸਕਿਆ, ਅਤੇ ਉਹਦਾ ਮੈਨੂੰ ਹੁਣ ਤੱਕ ਜਿਹੜਾ ਉਹ ਦੁੱਖ ਹੋ ਰਿਹਾ ਵੀ ਮੈਂ ਕਿਉਂ ਨਹੀਂ ਕਰ ਸਕਿਆ। ਔਰ ਮੈਂ ਕੋਸ਼ਿਸ਼ ਕਰੂੰਗਾ ਵੀ ਆਉਂਦੇ ਸਾਲ ਪਰਮਾਤਮਾ ਬਖਸ਼ੀ ਰੱਖੇ। ਹਰ ਸਾਲ ਇਹ ਵੀਰ ਜੀ ਜਦੋਂ ਵੀ ਕਿਤੇ ਕਾਲ ਕਰਨਗੇ ਤਾਂ ਜ਼ਰੂਰ ਅਸੀਂ। ਔਰ ਇੱਥੇ ਆ ਕੇ ਜਿਹੜਾ ਸਭ ਤੋਂ ਪਹਿਲਾਂ ਮੈਂ ਸਲੂਟ ਕਰਦਾ ਹੈ ਕਿ ਜਿੰਨੇ ਵੀ ਵਾਰਡਾਂ ਦੇ ਵਿੱਚ ਅਸੀਂ ਗਏ ਔਰ ਉਹਨਾਂ ਦੇ ਜੋ ਪ੍ਰਬੰਧਕ ਉੱਥੇ ਉਹਨਾਂ ਨੇ ਲਾਏ ਹੋਏ ਹੈ, ਅਤੇ ਮੈਂ ਸਾਡੇ ਲੈਕਚਰਰ ਸਾਹਿਬ ਮੇਰੇ ਕੋਲੇ ਬੈਠੇ ਹੈ, ਮੁਕਤਸਰ ਸਾਹਿਬ ਤੋਂ ਆਏ, ਉਹਨਾਂ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਵੀ ਇੱਕ ਪਾਸੇ ਇਹ ਅਬਨੋਰਮਲ ਬੱਚੇ ਔਰ ਇੱਕ ਪਾਸੇ ਆਪਣੇ ਬੱਚੇ,
ਤੇ ਕਿੰਨਾ ਡਿਸਪਲਿਨ ਹੈਗਾ ਇਹਨਾਂ ਬੱਚਿਆਂ ਦੇ ਵਿੱਚ। ਤੇ ਇਹ ਗੱਲ ਅਸੀਂ ਜਾ ਕੇ ਉਹਨਾਂ ਦੀਆਂ ਸਨੈਪ ਵਗੈਰਾ ਵੀ ਲਈਆਂ, ਬੱਚਿਆਂ ਦੇ ਨਾਲ ਟੀਚਰਾਂ ਦੇ ਨਾਲ ਸਾਂਝੀਆਂ ਕਰਾਂਗੇ। ਤੇ ਮੈਂ ਪਰਨ ਕਰਦਾ ਹਾਂ ਕਿ ਇਸ ਤੋਂ ਪਹਿਲਾਂ, ਕਿਉਂਕਿ ਮੈਂ ਆਪਣੇ ਪਿੰਡ ਦੀ ਗੁਰਦੁਆਰਾ ਕਮੇਟੀ ਦਾ ਸੈਕਟਰੀ ਵੀ ਹਾਂ, ਔਰ ਬਹੁਤ ਗੱਲਾਂ ਜਿਹੜੀਆਂ ਇੱਥੋਂ ਸਿੱਖਣ ਨੂੰ ਮਿਲੀਆਂ, ਥਿਓਰੈਟੀਕਲ ਗੱਲਾਂ ਅਸੀਂ ਬਹੁਤ ਪਹਿਲਾਂ ਕਰ ਚੁੱਕੇ ਹਾਂ। ਅੱਜ ਤੋਂ ਮੈਂ ਪਰਨ ਕਰਦਾ ਕਿ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਇਹ ਸਾਰੀਆਂ ਗੱਲਾਂ ਇੰਪਲੀਮੈਂਟ ਕਰਾਂਗੇ, ਪਹਿਲਾਂ ਆਪਦੇ ਤੇ ਔਰ ਜਿਹਨੂੰ ਵੀ ਨਾਲ ਜੋੜਾਂਗੇ। ਔਰ ਮੈਂ ਵਚਨਬੱਧਤਾ ਦੇ ਵਿੱਚ ਅਰਦਾਸ ਹਰ ਰੋਜ਼ ਕਰਦੇ ਹਾਂ, ਔਰ ਅੱਜ ਤੋਂ ਆਪ ਜੀ ਦੇ ਮੁਤਾਬਕ, ਇਸ ਸੰਸਥਾ ਦੇ ਮੁਤਾਬਕ ਅਰਦਾਸ ਤਾਂ ਕਰਨੀ ਹੈ। ਔਰ ਪਰਿਵਾਰ ਸੰਭਾਲ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਇਹ ਤੋਂ ਵੀ ਵਧੀਆ ਤਰੀਕੇ ਦੇ ਨਾਲ, ਔਰ ਸਕੂਲ ਇਦੋਂ ਵੀ ਵਧੀਆ ਬੱਚਿਆਂ ਨੂੰ ਜਿਹੜੇ ਨਾਲ ਜੋੜ ਗਏ। ਔਰ ਦਸਵੰਧ ਦੀ ਗੱਲ ਹੈ, ਇਹ ਵੀ ਸਮੇਂ-ਸਮੇਂ 'ਤੇ ਨਾਲ ਜੁੜੇ ਰਵਾਂਗੇ। ਔਰ ਇਲਾਕੇ ਦੇ ਵਿੱਚ, ਪਿੰਡ ਦੇ ਵਿੱਚ ਅਸੀਂ ਪਹਿਲਾਂ ਹੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਹਾਂ, ਪਰ ਅੱਜ ਤੋਂ ਉਹ ਥੋੜ੍ਹਾ ਜਿਹਾ ਉਹਨਾਂ ਨੂੰ ਨਵਾਂ ਰੂਪ ਦੇਵਾਂਗੇ। ਥੈਂਕਸ। ਧੰਨਵਾਦ ਜੀ। ਨੈਕਸਟ ਉਧਰ ਨੂੰ ਜੀ, ਆਪਣਾ ਯਾਦ ਰੱਖੋ, ਮਾਈਕ ਨੇ ਇੱਧਰ ਨੂੰ ਆਉਣਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਖਾਲਸਾ। H27 ਹਾਂਜੀ। ਮੇਰੀ ਬੇਨਤੀ ਹੈ ਰਿਪੋਰਟਰਸ ਨੂੰ, ਜੇ ਨਾ ਸੁਣੇ ਉੱਚੀ ਬੋਲ ਕੇ ਦੁਬਾਰਾ ਕਹਿ ਦਿਓ, ਮੈਨੂੰ ਬਾਅਦ 'ਚ ਇਹ ਨਾ ਕਹੋ ਸਾਨੂੰ ਸੁਣਿਆ ਨਹੀਂ ਸੀਗਾ। ਤਰਲੋਚਨ ਸਿੰਘ, ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਸਦਮਾ ਕਲਾਂ, ਜ਼ਿਲ੍ਹਾ ਲੁਧਿਆਣਾ। ਸਮੇਂ-ਸਮੇਂ 'ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਿੱਖ ਮਿਸ਼ਨਰੀ ਕਾਲਜ, ਗੁਰਮਤਿ ਸੇਵਾ ਲਹਿਰ ਬਠਿੰਡਾ ਨਾਲ ਜੁੜ ਕੇ ਵੱਖ-ਵੱਖ ਰੂਪ ਵਿੱਚ ਵਿਚਰਨ ਦਾ ਮੌਕਾ ਮਿਲਿਆ। ਕਾਫੀ ਸੰਗਤਾਂ ਦੀ ਚਰਨ ਧੂੜ ਚੁੰਮੀਆਂ ਔਰ ਕਾਫੀ ਕੁਝ ਸੰਗਤਾਂ ਦੇ ਵਿੱਚੋਂ ਸਿੱਖਣ ਨੂੰ ਮਿਲਿਆ। ਇਹ ਇੱਕ ਵਾਰੀ ਪ੍ਰੋਫੈਸਰ ਸਾਹਿਬ ਦਾ ਜਗਰਾਓਂ ਲੈਕਚਰ ਸੀਗਾ, ਆਪਣੇ ਇਹਨਾਂ ਦੇ ਵਿਚਾਰ ਸੁਣੇ ਤੇ ਮਨ ਵਿੱਚ ਤੜਫ ਪੈਦਾ ਹੋਈ ਵੀ ਇਹਨਾਂ ਦੇ ਵਿਚਾਰ ਜਾਂ ਇਹਨਾਂ ਦੀ ਸੰਸਥਾ ਨਾਲ ਜੁੜਿਆ ਜਾਵੇ। ਇਹਨਾਂ ਦਾ ਫੋਨ ਨੰਬਰ ਵੀ ਲਿਆ ਤੇ ਸਰਦਾਰ ਮਹਿੰਦਰ ਸਿੰਘ ਨਾਲ ਰਿਸ਼ਤੇਦਾਰ ਇਹਨਾਂ ਦਾ ਜੁੜ ਕੇ ਪਤਾ ਲੱਗਿਆ ਵੀ ਇਹਨਾਂ ਦੇ ਸਕੂਲ ਵਿੱਚ ਆਉਂਦੇ ਨੇ। ਤੇ ਮੈਂ ਇਹਨਾਂ ਨੂੰ ਪਹਿਲਾਂ ਹੀ ਕਹਿਤਾ ਸੀ ਵੀ ਜਦੋਂ ਤੁਸੀਂ ਗਏ ਤਾਂ ਮੈਨੂੰ ਜ਼ਰੂਰ ਨਾਲ ਲੈ ਕੇ ਜਾਇਓ। ਤੇ ਹੁਣ ਇਹਨਾਂ ਯਾਦ ਕਰਾਇਆ ਵੀ ਅਸੀਂ ਜਾਣਾ ਤੇ ਮੈਨੂੰ ਨਾਲ ਲੈ ਗਏ ਆ। ਮੈਂ ਧੰਨਭਾਗ ਸਮਝਦਾ ਤੇ ਆਸ ਪੈਦਾ ਜ਼ਰੂਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਜਿੰਨੇ ਜੋਗਾ ਵੀ ਹੈਗਾ ਵਾਹਿਗੁਰੂ ਨੇ ਕਿਰਪਾ ਕੀਤੀ, ਕਾਫੀ ਅੱਗੇ ਵੱਧ ਕੇ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਜ਼ਰੂਰ ਸੇਵਾ ਕਰਾਂਗਾ ਸੰਗਤਾਂ ਦੇ ਚਰਨਾਂ 'ਚ। ਤੁਹਾਡੀ ਜ਼ਿੰਮੇਵਾਰੀ ਕੀ ਲਿਖੀ ਹੈ? ਇੱਕ ਅਰਦਾਸ ਲਿਖੀ ਹੈ, ਇੱਕ ਪਰਿਵਾਰ, ਇੱਕ ਸਕੂਲ ਕੇ ਇਲਾਕਾ। ਸਭ ਤੋਂ ਵੱਡਾ ਹਥਿਆਰ ਅਰਦਾਸ ਹੀ ਹੈ ਜੀ। ਲਿਖੋ ਜੀ ਅਰਦਾਸ ਇਹਨਾਂ ਦੀ। ਚਲੋ ਜੀ ਨੈਕਸਟ ਪਲੀਜ਼। F42 ਅਮਰਜੀਤ ਸਿੰਘ। ਕੋਲੇ ਕਰ ਲਓ ਵੀਰ ਜੀ, ਕੋਲੇ ਕਰ ਲਓ। F42 F42 ਤਰਨਤਾਰਨ ਅਮਰਜੀਤ ਸਿੰਘ, ਰਾਮਗੜੀਆ ਪਬਲਿਕ ਹਾਈ ਸਕੂਲ। ਮੈਂ ਆਪਣੇ ਸਕੂਲ ਦੇ ਵਿੱਚ ਮੈਂ ਪਹਿਲਾਂ ਤੇ ਪਿਛਲੇ ਸਾਲ ਦੀਆਂ ਸਾਰੀਆਂ ਕੈਸਟਾਂ ਦੇਖੀਆਂ ਸੀਗੀਆਂ, ਸੀਡੀ ਸੁਣੀਆਂ ਸੀਗੀਆਂ, ਜਿਹੜੀਆਂ ਕਿ ਮੈਨੂੰ ਬਹੁਤ ਸੋਹਣੀਆਂ ਲੱਗੀਆਂ। ਇਸ ਦਾ ਕਰਕੇ ਅੱਜ ਮੈਂ ਪਹਿਲੀ ਵਾਰ ਇੱਥੇ ਆਇਆ ਵਾਂ ਕਿ ਆਪ ਜਾ ਕੇ ਪ੍ਰੋਗਰਾਮ ਜ਼ਰੂਰ ਵੇਖਾਂ। ਮੈਂ ਆਪਣੇ ਸਕੂਲ ਨੂੰ ਤੇ ਆਪਣੇ ਜਿਹੜੇ ਲਾਗੇ ਛਾਗੇ ਸਕੂਲ ਦੂਜੇ ਹੈਗੇ ਆ ਉਹਨਾਂ ਨੂੰ ਸੰਭਾਲਾਂਗਾ। ਤੇ ਆਪਣੇ ਸਕੂਲ ਦੇ ਵਿੱਚ ਮੈਂ ਅਕਾਦਮਿਕ ਪੁਸਤਕਾਂ ਅੱਗੇ ਆਲਰੇਡੀ ਲਵਾ ਚੁੱਕਾ ਹਾਂ, ਆਤਮ ਪ੍ਰਕਾਸ਼ ਵਾਲੀਆਂ, ਤੇ ਲਾਗੇ ਇੱਕ ਤੋਂ ਸਕੂਲ ਆ ਉਹਨਾਂ ਨੂੰ ਲਵਾਤੀਆਂ ਹੋਈਆਂ ਵਾ। ਇਹ ਆਪਣੇ ਜਾਣਦੇ ਆ ਸਾਰੇ ਜਣੇ, ਤੇ ਮੈਂ ਆਪਣੇ ਸਕੂਲ ਨੂੰ ਸੰਭਾਲਾਂਗਾ। ਧੰਨਵਾਦ ਜੀ, ਬਹੁਤ ਬਹੁਤ। ਨੈਕਸਟ ਪਲੀਜ਼। ਰਜਿਸਟ੍ਰੇਸ਼ਨ ਨੰਬਰ B9 ਨਾਮ B9। ਹਾਂਜੀ, ਮੇਰੀ ਪੋਸਟਿੰਗ 8 ਸਤੰਬਰ ਪਿਛਲੇ ਸਾਲ ਹੋਈ ਸੀਗੀ। ਤੇ ਉਸ ਦਿਨ ਆਪਣੇ ਆਤਮ ਪ੍ਰਕਾਸ਼ ਦਾ ਸਾਡੇ ਸਕੂਲ ਦੇ ਵਿੱਚ ਸੈਮੀਨਾਰ ਸੀਗਾ, ਤੇ ਪਹਿਲੀ ਵਾਰ ਉੱਥੇ ਹੀ ਮੇਰੀ ਵਾਕਫੀ ਹੋਈ ਸੀਗੀ ਸੰਸਥਾ ਨਾਲ। ਤੇ ਉਸ ਤੋਂ ਬਾਅਦ ਚੱਲ ਸੋ ਸਾਲ ਹੌਲੀ ਹੌਲੀ ਅੱਜ ਦਾ ਦਿਨ ਆਇਆ ਕਿ ਇੱਥੇ ਆਪਣੇ ਵਿੱਚ ਬੈਠੇ ਹਾਂ। ਠੀਕ ਹੈ ਜੀ, ਇੱਥੇ ਆ ਕੇ ਬਹੁਤ ਕੁਝ ਪਤਾ ਲੱਗਿਆ ਨਵਾਂ ਕਿ ਸਮਾਜ ਦੇ ਵਿੱਚ ਆਪਣੀ ਸਿੱਖੀ ਦੇ ਕੀ ਸਰੋਕਾਰ ਆ। ਠੀਕ ਹੈ, ਜਿਹਦੇ ਸਹਾਰੇ ਆਪਾਂ ਸੱਚਿਆਰ ਮਨੁੱਖ ਬਣ ਸਕਦੇ ਹਾਂ ਤੇ ਦੂਜਿਆਂ ਨੂੰ ਬਣਾ ਸਕਦੇ ਹਾਂ। ਠੀਕ ਹੈ ਜੀ, ਇਹਦੇ ਵਿੱਚ ਆਤਮ ਪ੍ਰਕਾਸ਼ ਦੀਆਂ ਸਾਡੇ ਸਕੂਲ ਦੇ ਵਿੱਚ ਸਿਲੇਬਸ ਦੇ ਵਿੱਚ ਕਿਤਾਬਾਂ ਲੱਗੀਆਂ ਹੋਈਆਂ ਨੇਗੀਆਂ ਜੀਵੇ ਗੁਰਬਾਣੀ ਨਾਲ। ਠੀਕ ਆ, ਉਹਨਾਂ ਦੇ ਵਿੱਚ ਵੀ ਕੰਮ ਕਰੀਦਾ, ਬੱਚਿਆਂ ਨੂੰ ਕਰਵਾਈਦਾ ਵੀ ਆ। ਉਹਨਾਂ ਨੂੰ ਆਪਣੀ ਜਪਜੀ ਸਾਹਿਬ ਦੀ ਜਿਹੜੀ ਬਾਣੀ ਆ ਉਹਦੇ ਨਾਲ ਵੀ ਜੁੜੀਦਾ ਵਾ। ਠੀਕ ਆ ਜੀ, ਉਹਨਾਂ ਨੂੰ ਯਾਦ ਕਰਾਈ ਦੀ ਆ 5 ਪੌੜੀਆਂ। ਤੇ ਉਹਨਾਂ ਨੂੰ ਮੈਂ ਖੁਦ ਆਪਣੇ ਵੱਲੋਂ ਉਹਨਾਂ ਦੇ ਜਿਹੜੇ ਅਰਥ ਆ, ਆਪਣੇ ਜਿਹਨੂੰ ਆਪਾਂ ਕਹਿੰਦੇ ਆ ਵੀ ਭਾਵ ਅਰਥ ਆ, ਉਹ ਉਹਨਾਂ ਨੂੰ ਕਰਵਾਉਣਾ ਮੈਂ, ਹਾਲਾਂਕਿ ਸਿਲੇਬਸ ਦੇ ਵਿੱਚ ਨਹੀਂ ਹੈਗੇ। ਠੀਕ ਆ ਜੀ, ਉਹਨਾਂ ਨੂੰ ਗੁਰਬਾਣੀ ਨਾਲ ਸੰਬੰਧਿਤ, ਆਪਣੇ ਸਿੱਖ ਇਤਿਹਾਸ ਨਾਲ ਸੰਬੰਧਿਤ ਆਪਾਂ ਸਾਖੀਆਂ ਵੀ ਸੁਣਾਈ ਦੀਆਂ ਨੇ ਮੌਕੇ ਦੇ ਹਿਸਾਬ ਨਾਲ। ਤੇ ਮੈਨੂੰ ਉੱਥੇ ਇੱਕ ਪ੍ਰੋਬਲਮ ਆਉਂਦੀ ਆ ਜੀ, ਜਦੋਂ ਕਿਤਾਬ ਦੇ ਵਿੱਚ ਆਪਣਾ ਅਕਸਰ ਕਈ ਵਾਰ ਸਾਖੀ ਆਉਂਦੀ ਆ ਆਪਣੇ ਗੁਰੂ ਨਾਨਕ ਦੇਵ ਜੀ ਦੇ ਡੰਗਰ ਚਾਰਨ ਵਾਲੀ। ਠੀਕ ਹੈ ਜੀ, ਉੱਥੇ ਇੱਕ ਬੱਚੇ ਨੇ ਸਵਾਲ ਪੁੱਟ ਕੀਤਾ ਸੀਗਾ ਮੈਨੂੰ ਕਿ ਗੁਰੂ ਨਾਨਕ ਦੇਵ ਜੀ ਇੱਕ ਪਟਵਾਰੀ ਦੇ ਮੁੰਡੇ ਆ, ਪਟਵਾਰੀ ਦੇ ਪੁੱਤਰ ਆ ਇਕਲੌਤੇ, ਤੇ ਉਹ ਪਟਵਾਰੀ ਜਿਹਦੇ ਨਵਾਬ ਨਾਲ
ਉੱਠਣੀ ਬੈਠਣੀ ਆ। ਕੀ ਇੱਕ ਉਹ ਸ਼ਖਸ ਜਿਹਦੀ ਉੱਚੇ ਬੰਦਿਆਂ ਨਾਲ ਉੱਠਣੀ ਬੈਠਣੀ ਆ ਸਮਾਜ ਦੇ ਵਿੱਚ ਇੱਕ ਰੁਤਬਾ ਹੈ, ਉਹ ਆਪਣੇ ਪੁੱਤਰ ਨੂੰ ਡੰਗਰ ਚਾਰਨ ਲਈ ਭੇਜੂਗਾ? ਮੈਨੂੰ ਸਵਾਲ ਪੁੱਟ ਹੋਇਆ ਜੀ, ਕੀ ਇੱਕ ਐਡੇ ਰੁਤਬੇ ਵਾਲਾ ਬੰਦਾ ਵੀ ਆਪਣੇ ਪੁੱਤਰ ਨੂੰ ਡੰਗਰ ਚਾਰਨ ਲਈ ਭੇਜੇਗਾ? ਹਾਂਜੀ, ਠੀਕ ਹੈ ਜੀ। ਤੇ ਮੇਰੇ ਕੋਲ ਮੈਂ ਉਸ ਵੇਲੇ ਇੱਕ ਸਵਾਲ ਦਾ ਜਵਾਬ ਦਿੱਤਾ ਸੀ ਕਿ ਪੁੱਤਰ ਜੀ, ਇਹ ਜਿਹੜੀਆਂ ਸਾਖੀਆਂ ਨੇ ਇਹ ਕੁਛ ਉਹਨਾਂ ਬੰਦਿਆਂ ਵੱਲੋਂ ਲਿਖੀਆਂ ਗਈਆਂ ਨੇ ਜਿਹੜੇ ਸਿੱਖੀ ਦੇ ਹਿਤੈਸ਼ੀ ਨਹੀਂ ਸੀਗੇ। ਗੱਲ ਸੱਚੀ ਹੋ ਸਕਦੀ ਆ ਪਰ ਹੋਰ ਤਰੀਕੇ ਨਾਲ, ਠੀਕ ਹੈ ਜੀ। ਮੈਂ ਪੁਖਤਾ ਉੱਤਰ ਨਹੀਂ ਦਿੱਤਾ ਉਹਨਾਂ ਨੂੰ। ਤੇ ਦੂਜੀ ਗੱਲ ਮਿਸ਼ਨ ਦੀ ਵਚਨਬੱਧਤਾ ਬਾਰੇ, ਮੈਂ ਸਰ ਤਰਲੋਚਨ ਸਿੰਘ ਜੀ ਜਿੱਥੇ ਉਸੇ ਪਿੰਡ ਤੋਂ ਆ ਜਿੱਥੇ ਮੈਂ ਪੜ੍ਹਾਉਂਦਾ ਵਾਂ, ਇਹਨਾਂ ਨੇ ਗੱਤਕੇ ਦੀ ਕਲਾਸਾਂ ਸ਼ੁਰੂ ਕੀਤੀਆਂ ਸੀਗੀਆਂ, ਹੁਣ ਵੀ ਚੱਲ ਰਹੀਆਂ ਨੇ, ਹੁਣ ਸਕੂਲ ਦੇ ਵਿੱਚ ਨੇ ਗਏ ਅਤੇ ਉਹ ਮੈਂ ਉਹਨਾਂ ਦੇ ਵਿੱਚ ਉਹਨਾਂ ਨੂੰ ਸਿਖਾਉਂਦਾ ਵਾਂ ਅਤੇ ਨਾਲ ਖੁਦ ਵੀ ਸਿੱਖੀਦਾ ਵਾ। ਅਤੇ ਇਸ ਲਈ ਮੈਂ ਅਰਦਾਸ ਤਾਂ ਕਰਾਂਗਾ ਹੀ, ਅਤੇ ਇੱਕ ਪਰਿਵਾਰ ਮੈਂ ਆਪਦਾ ਵਾ, ਮੇਰੇ ਦੋਸਤ ਨੇਗੇ, ਉਹਨਾਂ ਸੰਭਾਲਾਂਗੇ, ਸਕੂਲ ਸੰਭਾਲ ਰਿਹਾ ਅਤੇ ਹੌਲੀ ਹੌਲੀ ਇਹਨਾਂ ਨੂੰ ਇਲਾਕਾ ਵਧਾ ਕੇ ਇੱਕ ਇਲਾਕੇ ਤੱਕ ਲੈ ਕੇ ਜਾਵਾਂਗੇ। ਬਹੁਤ ਵਧੀਆ। ਮੇਰੀ ਬੇਨਤੀ ਹੈ ਵੀ ਫੋਕਸਡ ਰਹੋ ਜੋ ਸਕਰੀਨ ਤੇ ਉਹਦੇ ਤੇ ਹੀ, ਸੱਜੇ ਖੱਬੇ ਸਾਰੇ ਬਹੁਤ ਵਿਦਵਾਨ ਬੈਠੇ ਹੋ। ਅਗਲੀ ਵਾਰ ਸੈਸ਼ਨ ਅਸੀਂ ਵੱਡਾ ਕਰ ਦਾਂਗੇ, ਕਮ ਸੇ ਕਮ 5-6 ਘੰਟੇ ਦਾ, 5-6 ਘੰਟੇ ਰੱਖਾਂਗੇ ਤਾਂ ਕਿ ਤੁਹਾਡੇ ਅਸੀਂ ਹੋਰ ਵੱਡੀ ਵਿਸਤਾਰ ਵਿੱਚ ਤੁਹਾਨੂੰ ਗੱਲ ਸੁਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਰ ਨੇ ਤੁਹਾਨੂੰ ਹੁਣੇ ਹੀ ਕਿਹਾ ਕਿ ਫੋਕਸ ਰਹੋ, ਬਿਲਕੁਲ ਬੀ ਬਰੀਫ, ਤੇ ਤਾਂ ਕਿ ਸਭ ਦੀ ਵਾਰੀ ਆਏ ਤੇ ਸਾਰੇ ਕੁਝ ਨਾ ਕੁਝ ਕਹਿ ਸਕਣ। ਇਸ ਕਰਕੇ ਬਿਲਕੁਲ ਥੋੜਾ ਔਰ ਬਿਲਕੁਲ ਬਰੀਫ ਬੋਲ ਪਲੀਜ਼। ਆਪਣੇ ਕੋਲ 40 ਮਿੰਟ ਨੇ ਜੀ, ਸਾਰੇ ਡੈਲੀਗੇਟਸ ਤੇ ਤਕਸੀਮ ਕਰ ਲਓ ਕਿੰਨੇ ਮਿੰਟ ਆ। ਹਾਂਜੀ, ਨੈਕਸਟ C44 ਜੀ, C44 ਮਾਤਾ ਗੰਗਾ ਖਾਲਸਾ ਪਬਲਿਕ ਸਕੂਲ ਰਾਮਾ ਮੰਡੀ ਜਲੰਧਰ। ਅਸੀਂ ਸਕੂਲ ਖੋਲ੍ਹਿਆ ਟੂ ਅਪਲਿਫਟ ਐਂਡ ਟੂ ਐਜੂਕੇਟ ਦਾ ਪੂਅਰ ਸੁਸਾਇਟੀ। ਸਾਡੇ ਅੱਗੇ ਹੀ ਸਕੂਲ ਦੇ ਵਿੱਚ ਸਾਡੇ 3 ਸਕੂਲ ਆ ਜਿਹਦੇ ਵਿੱਚ ਯਤੀਮ ਬੇਸ ਸਾਰੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਵਿਆਹੁਣ ਗਏ ਸੀਗੇ, ਮਾਤਾ ਗੰਗਾ ਜਿਸ ਸਾਧੂ ਨੇ ਉੱਥੇ ਸੇਵਾ ਕੀਤੀ ਸੀ, ਉਸ ਸਮੇਂ ਮੈਂ ਉਹਨਾਂ ਦੇ ਆਖਰੀ ਦਮ ਦੇ ਜਦੋਂ ਸਮਾਂ ਸੀ ਕੋਲ ਸੀ, ਉਹਨਾਂ ਨੇ ਅਰਦਾਸ ਕੀਤੀ ਵੀ ਤੁਸੀਂ ਮਾਤਾ ਗੰਗਾ ਦੇ ਨਾਮ 'ਤੇ ਸਕੂਲ ਅਤੇ ਕਾਲਜ ਖੋਲ੍ਹਣੇ। ਅਸੀਂ ਉਹ ਆਪਣਾ ਕੰਮ ਸ਼ੁਰੂ ਕੀਤਾ ਆ। ਪਿੰਗਲਵਾੜੇ ਲਈ ਜਦ ਤੱਕ ਜੀਵਨ ਰਹੇਗਾ ਅਸੀਂ ਕੰਮ ਕਰਦੇ ਰਹਾਂਗੇ। ਆਤਮ ਪ੍ਰਕਾਸ਼ ਨੂੰ ਅੱਗੇ ਵਧਾਵਾਂਗੇ। ਸਕੂਲ ਆਲੇ ਦੁਆਲੇ ਪਿੰਡ ਜਿਹੜੇ ਆ ਉਹਨਾਂ ਲਈ ਵੀ ਸਾਰਾ ਉਹਨਾਂ ਨੂੰ ਜਿਹੜੇ ਰੂਲ ਐਂਡ ਰੈਗੂਲੇਸ਼ਨ ਆ ਆਤਮ ਪ੍ਰਕਾਸ਼ ਸੇ ਅੱਗੇ ਵਧਾਉਣ ਲਈ ਕੰਮ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲਾਕਾ ਲਿਖ ਲਓ, ਇੱਕ ਪਿੰਡ ਹੈ ਜੀ। ਨੈਕਸਟ ਪਲੀਜ਼। F49 ਗੁਰਦੇਵ ਸਿੰਘ, ਪ੍ਰਿੰਸੀਪਲ ਭਗਤ ਪੂਰਨ ਸਿੰਘ ਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਵਾਲਾ, ਜਿਹੜਾ ਪਿੰਗਲਵਾੜਾ ਚਲਾ ਰਿਹਾ। ਅਸੀਂ ਜਿਹੜੀ ਇਹ ਵਰਕਸ਼ਾਪ ਅੱਜ ਅਟੈਂਡ ਕੀਤੀ ਆ, ਕੱਲ ਤੋਂ ਤੇ ਅੱਜ ਵੀ ਕੀਤੀ ਅਟੈਂਡ। ਦਿਲਾਵਰੀ ਜੀ ਨੇ ਆਪਣੇ ਭਾਸ਼ਣ ਦੇ ਵਿੱਚ ਵਰਿੰਦਰਪਾਲ ਜੀ ਨੂੰ ਜੋ ਇਹਨਾਂ ਦੀ ਝਲਕ ਉਹਨਾਂ ਨੂੰ ਲੱਗੀ ਆ, ਅਸਲੀ ਮਾਇਨੇ 'ਚ ਸਚਾਰ ਮੁਖ ਦਾ ਇਹ ਮਾਡਲ ਨੇ ਜਿਹਦੀ ਸਾਰੀ ਗੱਲਬਾਤ ਹੋ ਰਹੀ ਆ। ਤੋ ਅੱਜ ਇਹਨਾਂ ਦੀ ਇੱਕ ਸਟੂਡੈਂਟ ਸੁਖਵੀਰ ਕੌਰ ਜਿਹੜੀ PhD ਇਹਨਾਂ ਦੇ ਅੰਡਰ ਕਰ ਰਹੀ ਆ, ਉਹ ਸਵੇਰੇ ਮੈਂ ਜਦੋਂ ਅਟੈਂਡੈਂਸ ਲਾਉਣ ਗਿਆ ਤੇ ਉਹਨਾਂ ਮੈਨੂੰ ਕਿਹਾ ਕਿ ਮੈਂ ਤੁਹਾਡੇ ਨਾਲ 2-4 ਮਿੰਟ ਗੱਲ ਕਰਨੀ ਆ। ਤੋ ਮੇਰੀ ਉਹਨਾਂ ਦੇ ਨਾਲ ਇੰਟਰੈਕਸ਼ਨ ਹੋਈ ਤਾਂ ਮੈਨੂੰ ਉਹਨਾਂ ਦੇ ਵਿੱਚ ਵੀ ਸਚਾਰ ਮਨੁੱਖ ਦੀ ਜਿਹੜੀ ਆ ਝਲਕ ਉਹਨਾਂ 'ਚ ਨਜ਼ਰ ਆਈ। ਬੜੀ ਮੈਚਿਓਰਿਟੀ ਲੜਕੀ 'ਚ ਛੋਟੀ ਉਮਰ 'ਚ ਵੀ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇੱਕੋ ਹੀ ਆ ਕਿ ਇਹਨਾਂ ਪੜ੍ਹਾਉਣ ਦੇ ਨਾਲ ਉਹਨਾਂ ਦੇ ਅੰਦਰ ਜਿਹੜੀ ਵਿਰਤੀ ਪੈਦਾ ਕੀਤੀ ਆ, ਜਿਹੜੀ ਸਾਡੇ ਸਕੂਲਾਂ 'ਚ ਸਾਨੂੰ ਬੱਚਿਆਂ 'ਚ ਪੈਦਾ ਕਰਨ ਦੀ ਲੋੜ ਆ। ਇੱਕ ਐਗਜ਼ਾਮ ਪਾਸ ਕਰ ਲੈਣਾ ਬਹੁਤ ਵੱਡੀ ਗੱਲ ਨਹੀਂ, ਚੰਗੇ ਨੰਬਰ ਲੈ ਲੈਣਾ ਬਹੁਤ ਵੱਡੀ ਗੱਲ ਨਹੀਂ। ਜੇ ਅਸੀਂ ਉਹਨਾਂ ਬੱਚਿਆਂ ਦੇ ਵਿੱਚ ਕਰੈਕਟਰ ਬਿਲਡਿੰਗ ਨਹੀਂ ਕਰਦੇ, ਉਹਨਾਂ ਨੂੰ ਸਚਾਰ ਮਨੁੱਖ ਨਹੀਂ ਬਣਾਉਂਦੇ, ਤੇ ਮੇਰਾ ਖਿਆਲ ਸਾਡੀ ਜਿਹੜੀ ਸਿੱਖਿਆ ਪ੍ਰਣਾਲੀ ਆ ਉਹ ਅਧੂਰੀ ਰਹਿ ਜਾਂਦੀ ਆ। ਜੇ ਅਸੀਂ ਸਚਾਰ ਮਨੁੱਖ ਪੈਦਾ ਕਰਨਾ ਤੇ ਪੜ੍ਹਾਉਂਦੇ ਸਾਨੂੰ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਉਹਨਾਂ ਬੱਚਿਆਂ 'ਚ ਭਰਨੀਆਂ ਪੈਣਗੀਆਂ, ਉਹਨਾਂ ਨੂੰ ਸਿਖਾਉਣੀਆਂ ਪੈਣਗੀਆਂ, ਤੇ ਖੁਦ ਨੂੰ ਵੀ ਸਚਾਰ ਮਨੁੱਖ ਪਹਿਲਾਂ ਬਣਨਾ ਪਏਗਾ। ਤੋ ਇਹਦੇ ਨਾਲ ਹੀ ਮੈਂ ਇਹ ਸਮਝਦਾ ਕਿ ਇਹ ਜਿਹੜੀ ਵਰਕਸ਼ਾਪ ਆ, ਇਹਨੇ ਇੱਕ ਕੀ ਰਿਸੋਰਸ ਪਰਸਨ ਪੈਦਾ ਕੀਤੇ ਆ। ਕੀ ਰਿਸੋਰਸ ਪਰਸਨ ਦਾ ਗਾਹ ਕੰਮ ਆ। ਜੋ ਇਹ ਕਰ ਰਹੇ ਆ ਉਹਨਾਂ ਨੇ ਵੀ ਗਾਹ ਉਹੀ ਕੰਮ ਕਰਨਾ ਆ ਸਮਾਜ ਦੇ ਵਿੱਚ, ਆਪਣੇ ਸਕੂਲ ਦੇ ਵਿੱਚ। ਔਰ ਜਦੋਂ ਅਸੀਂ ਪੇਰੈਂਟ ਟੀਚਰ ਮੀਟਿੰਗ ਕਰਦੇ ਆ, ਉਹ ਜਿਹੜੇ ਸਕੂਲ ਨੂੰ ਅਵਾਰਡ ਮਿਲਿਆ ਆ, ਉਹਨਾਂ ਨੇ ਲਗਭਗ ਉਹ ਚੀਜ਼ਾਂ ਕਵਰ ਕੀਤੀਆਂ ਨੇ। ਉਹਦੇ 'ਚ ਸਾਰੀਆਂ ਗੱਲਾਂ ਮੈਂ ਰਿਪੀਟ ਨਹੀਂ ਕਰਾਂਗਾ ਉਹਨੂੰ। ਤੋ ਉਹਨਾਂ ਨੇ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਨੇ। ਇਹ ਚੀਜ਼ਾਂ ਜਿਹੜੀਆਂ ਅਸੀਂ ਵੀ ਵਰਕਸ਼ਾਪ ਜਿਹੜੀ ਆ ਉਹਦੇ ਵਿੱਚ ਸਟੂਡੈਂਟਸ,
ਪੇਰੈਂਟਸ ਸੋਸਾਇਟੀ ਨੂੰ ਇਨਵੋਲਵ ਕਰ ਸਕਦੇ ਹਾਂ ਔਰ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ 'ਚ ਅਵੇਅਰਨੈਸ ਪੈਦਾ ਕਰ ਸਕਦੇ ਹਾਂ। ਤੇ ਕੋਈ ਬਹੁਤ ਵੱਡੀ ਗੱਲ ਨਹੀਂ, ਅੱਜ ਵੀ ਪਿਛਲੇ ਸਮੇਂ 'ਚ ਵੀ ਸਕੂਲ ਟੀਚਰਸ ਨੂੰ ਗਵਰਨਮੈਂਟ ਜਿਹੜੀ ਆ ਪੂਰੀ ਇੰਪੋਰਟੈਂਸ ਦਿੰਦੀ ਰਹੀ ਆ। ਕੋਈ ਚੀਜ਼ ਉਹਨਾਂ ਨੇ ਕਾਮਯਾਬ ਕਰਨੀ ਹੁੰਦੀ ਸੀ, ਇਲੈਕਸ਼ਨ ਕਰਾਉਣੀ ਆ, ਕੋਈ ਗਾਜਰ ਬੂਟੀ ਪੁੱਟਣੀ ਆ, ਕੋਈ ਹੋਰ ਪਿੰਡ ਦੇ ਵਿੱਚ ਸੁਧਾਰ ਕਰਨਾ, ਤੇ ਪਹਿਲਾਂ ਸਕੂਲ ਟੀਚਰ ਨੂੰ ਹੀ ਪਹਿਲ ਦਿੱਤੀ ਜਾਂਦੀ ਆ। ਤੇ ਜੇ ਸਕੂਲ ਟੀਚਰ ਚਾਹਵੇ ਜੋ ਚਾਹਵੇ ਉਹ ਕਰ ਸਕਦਾ ਆ। ਤੇ ਉਸ ਗੱਲਬਾਤ ਦੇ ਵਿੱਚ ਜਦੋਂ ਬੀਬੀ ਸੁਖਵੀਰ ਨਾਲ ਮੇਰੀ ਗੱਲਬਾਤ ਹੋਈ, ਉਹਨਾਂ ਨੇ ਮੈਨੂੰ ਕਿਹਾ ਕਿ ਜੋ ਤੁਸੀਂ ਅਨੁਭਵ ਕੀਤਾ 10-15 ਮਿੰਟ ਸਾਡੀ ਗੱਲ ਹੋਈ, ਉਹ ਮੈਨੂੰ ਲਿਖ ਕੇ ਇੱਕ ਕਾਗਜ਼ ਤੇ ਦਿਓ। ਉਹ ਮੈਂ ਜੇ ਅਲਾਓ ਕਰੋ ਤੇ ਮੈਂ ਉਹਨੂੰ ਪੜਾਂਗਾ। ਸੰਖੇਪ ਦੇ ਵਿੱਚ ਕਰ ਲਓ। ਹਾਂ, ਸੰਖੇਪ 'ਚ ਜੀ। ਅਸੀਂ ਮਹਿਸੂਸ ਕਰਦੇ ਹਾਂ ਕਿ ਕਾਨਫਰੰਸ ਅਧਿਆਪਕਾਂ ਲਈ ਬੜੀ ਲਾਹੇਵੰਦ ਸਾਬਤ ਹੋਵੇਗੀ। ਭਾਈ ਗੁਰੂ ਇਕਬਾਲ ਸਿੰਘ ਜੀ ਨੇ ਅਧਿਆਪਕ ਨੂੰ ਉਸ ਦੇ ਫਰਜ਼ਾਂ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਦੱਸਿਆ ਕਿ ਅਧਿਆਪਕ ਨੂੰ ਡਿਊਟੀ ਤਾਂ ਇੱਕ ਸੰਤ ਦੀ ਤਰ੍ਹਾਂ ਕਰਨੀ ਚਾਹੀਦੀ ਆ। ਸ਼ਾਮ ਦੇ ਸੈਸ਼ਨ ਦੇ ਵਿੱਚ ਡਾਕਟਰ ਬ੍ਰਿਜਪਾਲ ਜੀ ਨੇ ਅਵਲ ਵਿਦਿਆਰਥੀਆਂ ਦੀ ਸਚਿਆਰ ਮਨੁੱਖ ਵਜੋਂ ਘਾਰਤ ਕਰਨ ਲਈ ਉਚੇਚੀ ਸੰਭਾਲ ਵਿਸ਼ੇ ਤੇ ਵਿਚਾਰ ਪ੍ਰਗਟ ਕੀਤੇ। ਆਤਮ ਪ੍ਰਕਾਸ਼ ਸੋਸ਼ਲ ਵੈਲਫੇਅਰ ਕੌਂਸਲ ਦੇ ਚੇਅਰਮੈਨ ਡਾਕਟਰ ਵਰਿੰਦਰਪਾਲ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਰੋਲ ਮਾਡਲ ਮੰਨਦੇ ਹੋਏ ਉਹਨਾਂ ਦੇ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਸਮਾਜ ਸੁਧਾਰਕ ਸੋਚ ਤੇ ਚਾਨਣਾ ਪਾਇਆ, ਜਿਸ ਨਾਲ ਅਧਿਆਪਕਾਂ ਨੂੰ ਇੱਕ ਚੰਗੀ ਸੋਚ ਮਿਲਦੀ ਹੈ। ਉਹਨਾਂ ਨੇ ਜੋ ਕਿਤਾਬਾਂ ਦੀ ਮੇਰੇ ਖਿਆਲ ਪ੍ਰੈਸ ਰਿਪੋਰਟ ਦੀ ਲੋੜ ਨਹੀਂ ਹੈਗੀ, ਕੋਈ ਗੱਲ ਠੀਕ ਹੈ ਜੀ, ਠੀਕ ਹੈ। ਜੇਕਰ ਅਧਿਆਪਕ ਅਤੇ ਮਾਤਾ ਪਿਤਾ ਮਿਲ ਕੇ ਕੋਸ਼ਿਸ਼ ਕਰਨ ਤਾਂ ਚੰਗੇ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਾਂ। ਮੈਂ ਕਿਹਾ ਤੁਸੀਂ ਵਚਨਬੱਧਤਾ ਤੇ ਆਜੋ ਵੀਰ ਜੀ। ਠੀਕ ਹੈ ਜੀ, ਵਚਨਬੱਧਤਾ ਤੇ ਮੇਰੀ ਇੱਕ ਥੋੜਾ ਜਿਹਾ ਸੁਝਾਅ ਆ। ਹਾਂ, ਸੁਝਾਅ ਦਿਓ ਕਿ ਜੇਕਰ ਇਹ ਜਿਹੜੀ ਮੁਹਿੰਮ ਹੈ ਇਹਨੂੰ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਦੇ ਨਾਲ ਤਾਲਮੇਲ ਕਰਕੇ, ਕਿਉਂਕਿ ਗਵਰਨਮੈਂਟ ਟੀਚਰਸ ਦਾ ਇੱਕ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਹਰ ਸਾਲ ਉਹਨਾਂ ਦਾ ਲਗਭਗ 20 ਦਿਨਾਂ ਦਾ ਟ੍ਰੇਨਿੰਗ ਪ੍ਰੋਗਰਾਮ ਹੁੰਦਾ ਆ। ਤੋ ਪੇਂਡੂ ਖੇਤਰ ਦੇ ਵਿੱਚ ਪੜ੍ਹਾਈ ਦਾ ਜਿਹੜਾ ਪੱਧਰ ਆ, ਸਾਰੇ ਮੇਰੇ ਨਾਲ ਇਸ ਗੱਲ ਤੇ ਸਹਿਮਤ ਹੋਣਗੇ ਕਿ ਇੰਨਾ ਗਿਰ ਚੁੱਕਾ ਆ। ਉਹਨਾਂ ਸਕੂਲਾਂ ਦੇ ਵਿੱਚ ਜਿੱਥੇ ਸਰਕਾਰੀ ਸਕੂਲ ਨੇ, ਸਰਕਾਰੀ ਟੀਚਰ ਨੇ, ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਲੋੜ ਆ। ਜੇ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਦੇ ਨਾਲ ਤਾਲਮੇਲ ਕਰਕੇ ਉਸ ਟ੍ਰੇਨਿੰਗ ਦਾ ਵੀ ਇੱਕ ਹਿੱਸਾ ਬਣਾ ਲਿਆ ਜਾਵੇ ਤਾਂ ਬਹੁਤ ਲਾਹੇਵੰਦ ਹੋਏਗਾ। ਥੈਂਕ ਯੂ। ਕੱਲ ਡਾਕਟਰ ਨਛੱਤਰ ਸਿੰਘ ਨੇ ਗੱਲ ਕੀਤੀ ਸੀ, ਸ਼ਾਇਦ ਤੁਸੀਂ ਸੁਣੀ ਨਹੀਂ। ਇਹਨਾਂ ਨੇ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਦੇ ਨਾਲ ਹੀ ਗੱਲ ਕੀਤੀ ਸੀ ਤੇ ਉਹ ਕਹਿੰਦਾ ਜੀ ਅਸੀਂ ਬੱਚਿਆਂ ਨੂੰ ਧਾਰਮਿਕ ਵਿੱਦਿਆ ਜਾਂ ਅਧਿਆਤਮਿਕ ਵਿੱਦਿਆ ਦੇ ਕੇ ਆਪਣੀ ਵਿੱਦਿਆ ਦਾ ਨਾਸ ਨਹੀਂ ਕਰਨਾ। ਇਹ DGSC ਨੇ ਡਾਕਟਰ ਨਛੱਤਰ ਸਿੰਘ ਜੀ ਨੂੰ ਕਿਹਾ ਜੀ। ਨੈਕਸਟ ਪਲੀਜ਼। ਮੈਂ ਇੱਕ ਸੈਂਪਲ ਦੇਣਾ ਹੈ ਕਿ ਵੀਰ ਕੀ ਚਾਹੁੰਦਾ ਹੈ। ਵੀਰ ਚਾਹੁੰਦਾ ਹੈਗਾ E32 ਮੈਂ ਆਪਣਾ ਸੰਭਾਲ ਕਰਾਂਗਾ ਤੇ ਮੈਂ ਆਪਣੇ ਪਰਿਵਾਰ ਦੀ ਸੰਭਾਲ ਕਰਾਂਗਾ ਤੇ ਆਪਣੇ ਇੱਕ ਸਕੂਲ ਦੀ ਸੰਭਾਲ ਕਰਾਂਗਾ। ਵੀਰ ਮੇਰਾ ਇਹੀ ਚਾਹੁੰਦਾ ਹੈ। ਇੰਨੇ ਹੀ ਲਫ਼ਜ਼ ਬੋਲੋ, ਨਹੀਂ ਵਾਰੀ ਹੈਗੀ, ਨਹੀਂ ਟਾਈਮ ਹੈਗਾ ਇੰਨੀ ਜ਼ਿਆਦਾ ਡਿਟੇਲ ਵਿੱਚ ਜਾਣ ਦਾ। ਕੀ ਵੀਰ ਜੀ ਤੁਸੀਂ ਮੇਰੇ ਨਾਲ ਸਹਿਮਤ ਹੋ? ਹਾਂ, ਥੈਂਕ ਯੂ ਭੈਣ ਜੀ। ਥੈਂਕ ਯੂ ਵੀਰ। ਹਾਂ, ਨੈਕਸਟ ਪਲੀਜ਼। ਹਾਂਜੀ, ਬੜਾ ਕੈਪਟਨ ਸਿੰਘ ਆਪਣੇ ਆਪ ਨੂੰ ਮੁਬਾਰਕ ਸਮਝਦਾ ਕਿ ਬਚਪਨ ਤੋਂ ਮੈਂ ਇਸ ਖੇਤਰ ਵਿੱਚ ਆ, ਬੜੇ ਵਿਦਵਾਨ ਮਿਲੇ ਨੇ ਤੇ ਇਹ ਜਿਹੜੇ ਲਿਖੇ ਨੇ ਵਚਨਬੱਧਤਾ ਵਾਲੇ ਪਹਿਲਾਂ ਤੇ ਅਗਾਂਹ ਇਸ परमात्मा के अरदास करता है कि मैं ये सारे जेड़े लिखे हुए वचनबद्ध ने मैं इत्ते इन बिन उत्ते सारे लिख लिए जी। बिल्कुल जी। नहीं जी, सारे देख लो जी एक बारी, क्योंकि ਅਸੀਂ ਤਾਂ ਕੰਮ ਲੈਣਾ। चार लिखे है ना जी? हाँ, चार लिखे जेड़े। हाँ, नहीं थल्ले होर ने जी 1 2 3 4 पहला अरदास है, फिर परिवार है, फिर स्कूल है, फिर इलाका, फिर दसबंध है, फिर पुस्तकां लिखणियां ने, एडिट करनियां ने, प्रूफ रीडिंग करनी है, तो फिर प्रबंधकी सहयोग ने। सारे लिख लिए जी। लुधियाने आना पवेगा जी। ਜਿਹੜੇ ਸੁਣੋ ਮੈਂ ਚਾਰ ਜਿਹੜੇ ਮੇਨ ਹੈਡ ਸਨ। ਨਹੀਂ ਹੈਡ ਕੋਈ ਨਹੀਂ ਹੈ, ਚਾਰ ਮੇਰੇ ਖਿਆਲ ਚਲੋ ਸੌਰੀ ਜੇ ਮੈਨੂੰ ਕੋਈ ਗਲਤੀ ਲੱਗ ਗਈ ਹੈ ਤੇ ਪਹਿਲੇ ਚਾਰ ਜਿਹੜੇ ਅਸੀਂ ਕੰਮ ਲੈਣ ਨੂੰ ਬਹੁਤ ਢੀਠ ਹਾਂ ਜੀ, ਫਿਰ ਘਰੇ ਆ ਜਾਾਂਗੇ ਵੀ ਤੁਹਾਡੇ ਬਾਅਦ ਕਰ ਰਹੇ ਹਾਂ। ਦੂਸਰੀ ਗੱਲ ਇੱਕੋ ਸੈਕਿੰਡ ਕਿ ਮੈਂ ਸਾਰਾ ਕੁਝ ਮੈਂ ਇਹ ਸੋਚਦਾ ਕਿ ਮੈਂ ਆਪਣੇ ਬੱਚੇ ਲਈ ਕਰ ਰਿਹਾ ਵਾਏ, ਕਿਉਂਕਿ ਜੇ ਜਿਹੜਾ ਮੇਰਾ ਬੱਚਾ ਜਿਸ ਸਮਾਜ ਵਿੱਚ ਜਾਣਾ ਹੈ, ਜੇ ਉਹ ਸਮਾਜ ਚੰਗਾ ਹੋਏਗਾ ਤੇ ਮੇਰਾ ਬੱਚਾ ਵੀ ਨੈਚੁਰਲੀ ਚੰਗਾ ਹੋਏਗਾ। आई थिंक सो। नहीं ਤੁਹਾਡਾ ਪਹਿਲਾ ਅਰਦਾਸ ਲਿਖ ਲਈਏ ਕਿ ਇੱਕ ਸਕੂਲ ਕੇ ਇੱਕ ਪਰਿਵਾਰ ਕੇ ਇੱਕ ਇਲਾਕਾ। ਇੱਕ ਪਰਿਵਾਰ, ਸਕੂਲ ਤੇ ਇਲਾਕਾ। ਲਓ ਜੀ ਅੱਗੇ ਚਲੋ। ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ, ਸਾਡੀ ਜਿਹੜੀ ਕਲੋਜ਼ ਟੀਮ ਕੰਮ ਕਰ ਰਹੀ ਹੈ ਪਿਛਲੇ 1 ਮਹੀਨੇ ਤੋਂ ਲਗਭਗ ਆਪਣੇ ਆਫਿਸ ਤੋਂ ਜਾਂ ਵਿਦਆਊਟ ਪੇ ਚੱਲਦੇ ਪਏ ਨੇ, ਜਾਂ ਛੁੱਟੀ ਤੇ ਚੱਲਦੇ ਪਏ, ਜਾਂ ਅਨ ਲੀਵ ਤੇ ਚੱਲਦੇ ਪਏ ਨੇ, ਤਾਂ ਕੰਮ ਇੱਥੋਂ ਤੱਕ ਪਹੁੰਚਿਆ। ਤਾਂ ਮੈਂ ਤੁਹਾਨੂੰ ਕਹਿ ਰਿਹਾ ਜੇ ਐਡੀ ਵੱਡੀ ਜ਼ਿੰਮੇਵਾਰੀ ਲਵੋਗੇ, ਤੁਹਾਡੇ ਘਰੇ ਤੁਹਾਡੀ ਐਪਲੀਕੇਸ਼ਨ ਲੈਣ ਆਉਣਾ, ਤੁਹਾਡੇ ਦਫ਼ਤਰ 'ਚ ਅਸੀਂ ਦੇ ਆਉਂਦੇ ਹਾਂ ਤੇ ਤੁਸੀਂ ਆ ਜਾਓ ਸਾਡੇ ਆਫਿਸ। ਹਾਂਜੀ ਨੈਕਸਟ। E49 ਸੰਤੋਖ ਸਿੰਘ, ਦਸਮੇਸ਼ ਪਬਲਿਕ ਹਾਈ ਸਕੂਲ, ਨਸ਼ਹਿਰਾ ਮੱਜਾ ਸਿੰਘ, ਡਿਸਟ੍ਰਿਕਟ ਗੁਰਦਾਸਪੁਰ। ਮੇਰੇ ਅਨੁਭਵ
ਇੱਥੇ ਆ ਕੇ ਮੈਂ ਆਪਣੀ ਵਾਈਫ ਮਿਸਿਸ ਜੀਤ ਕੌਰ ਪ੍ਰਿੰਸੀਪਲ ਮੈਡਮ ਦੇ ਨਾਲ ਆਇਆ। 2 ਦਿਨ ਦੀ ਵਰਕਸ਼ਾਪ ਦੇ ਵਿੱਚ ਸਾਨੂੰ ਇੱਥੇ ਬਹੁਤ ਸਾਰੇ ਚੰਗੇ ਅਨੁਭਵ ਲੱਗੇ ਨੇ ਔਰ ਮੇਰਾ ਸੁਝਾਅ ਇਹ ਹੈ ਕਿ ਜੋ ਵੀ ਆਤਮ ਪ੍ਰਕਾਸ਼ ਟੀਮ ਵਰਕ ਕਰ ਰਹੀ ਹੈ ਅਸੀਂ ਤੁਹਾਨੂੰ ਇਹਨਾਂ ਦੇ ਨਾਲ ਕੰਮ ਕਰਾਂਗੇ ਔਰ ਮੇਰੀ ਵਚਨਬੱਧਤਾ ਇਹ ਹੈ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਖੁਦ, ਦੂਸਰੇ ਨੰਬਰ ਤੇ ਆਪਣੇ ਬੱਚੇ ਨੂੰ, 2 ਮੇਰੇ ਬੱਚੇ ਹਨ ਉਹਨਾਂ ਨੂੰ, ਫਿਰ ਆਪਣੇ ਸਕੂਲ ਨੂੰ ਸੰਭਾਲਾਂਗਾ, ਦਸਵੰਧ ਵੀ ਦੇਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੈਕਸਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਮੈਂ ਤੁਹਾਡੀਆਂ ਵਰਕਸ਼ਾਪ ਲਗਭਗ ਜਿਹੜੀਆਂ 5-6 ਅਟੈਂਡ ਕੀਤੀਆਂ ਹੋਈਆਂ ਨੇ। ਹਾਂਜੀ, ਮੇਰਾ ਹੈਗਾ ਜੀ B18 ਸਵਰਾਜ ਕੌਰ, ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਐਂਡ IT ਕਾਲਜ ਡੇਰਾ ਬਠਾਲਾ। B ਫॉर ਬॉय। ਹਾਂਜੀ, B ਫॉर ਬॉय B18। ਹਾਂਜੀ ਵੀਰ ਜੀ, ਤੁਸੀਂ ਇਹ ਲਿਖਿਆ ਹੋਇਆ ਕਿ ਆਪ ਜੀ ਨੂੰ ਇਸ ਕਾਨਫਰੰਸ ਵਿੱਚ ਕੁਝ ਨਵਾਂ ਉਤਸ਼ਾਹ ਮਿਲਿਆ। ਜੀ ਹਾਂ, ਬਿਲਕੁਲ। ਮੇਰਾ ਜਿਹੜੀਆਂ ਵੀ ਮੈਂ ਜਿਹੜੀਆਂ ਤੁਹਾਡੀਆਂ ਵਰਕਸ਼ਾਪ ਅਟੈਂਡ ਕੀਤੀਆਂ, ਹਰ ਵਾਰੀ ਮੈਂ ਜਿਹੜਾ ਉਤਸ਼ਾਹ ਲੈ ਕੇ ਬਾਹਰ ਗਈ ਹਾਂ। ਔਰ ਗੁਰਦਾਸ ਮਾਨ ਦਾ ਇੱਕ ਬੜਾ ਫੇਮਸ ਗਾਣਾ ਹੈ ਕਿ ਮਾਂ ਦੀ ਹੱਲਾਸ਼ੇਰੀ ਸ਼ੇਰ ਬਣਾ ਦਿੰਦੀ ਹੈ ਨਾ। ਮਾਂ ਪਿਓ ਤੇ ਸਾਡੇ ਨਾਲ ਨਹੀਂ ਰਹਿਣਾ ਹਮੇਸ਼ਾ ਹੱਲਾਸ਼ੇਰੀ ਦੇਣ ਲਈ। ਸੋ ਸਾਨੂੰ ਲੋੜ ਸੀਗੀ ਤੁਹਾਡੇ ਵਰਗੇ ਜਿਹੜੇ ਗ੍ਰੇਟ ਪਰਸਨਸ ਦੀ, ਜਿਤਨਾ ਸਟੇਜ ਤੇ ਕੱਲ ਆਏ ਨੇ, ਜਿਤਨਾ ਉਹਨਾਂ ਸਾਨੂੰ ਹੱਲਾਸ਼ੇਰੀ ਦਿੱਤੀ ਹੈ, ਇਹ ਹੱਲਾਸ਼ੇਰੀ ਸਕੂਲ 'ਚ ਲੈ ਕੇ ਜਾਵਾਂਗੇ ਔਰ ਬੱਚਿਆਂ ਨੂੰ ਗਾਈਡ ਕਰਾਂਗੇ ਇਹਦੇ ਨਾਲ। ਔਰ ਦੂਸਰੇ ਨੰਬਰ ਤੇ ਜਿਹੜਾ ਮੈਂ ਇਹ ਵਾਅਦਾ ਕਰਦੀ ਹਾਂ ਕਿ ਮੈਂ ਆਪਣਾ ਸਕੂਲ ਔਰ ਕਾਲਜ ਤਿੰਨਾਂ ਦੀ ਜ਼ਿੰਮੇਵਾਰੀ ਲੈਣੀ ਆ ਔਰ ਤਿੰਨਾਂ ਨੂੰ ਮੈਂ ਸੰਭਾਲ ਕੇ ਰੱਖਾਂਗੀ। ਈਵਨ ਕਿ ਮੇਰੇ ਬੱਚਿਆਂ ਲਈ ਮੇਰੇ ਕੋਲ 10 ਮਿੰਟ ਵੀ ਹੈ ਨਹੀਂ ਭਾਵੇਂ। ਔਰ ਮੈਂ ਸਿਰਫ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਜੇ ਮੇਰੇ ਕੋਲ ਮੇਰੇ ਬੱਚਿਆਂ ਲਈ ਟਾਈਮ ਨਹੀਂ ਨਾ, ਮੈਂ ਜੇ ਦੂਜਿਆਂ ਦਾ ਕਰਨੀ ਹੈ ਤੇ ਉਹਨਾਂ ਦੀ ਕੇਅਰ ਆਪੇ ਕਰੀ। ਮੈਨੂੰ ਕੋਈ ਫਿਕਰ ਨਹੀਂ ਜੇ ਤੂੰ ਉਹਨਾਂ ਦੀ ਬਾਹ ਫੜ ਲਈ ਤੇ। ਸਤਿ ਸ਼੍ਰੀ ਅਕਾਲ। ਔਰ ਵੀਰ ਜੀ, ਸਿਰਫ ਮੈਂ 2 ਐਕਸਪੀਰੀਅੰਸ ਆਪਣੇ ਤੁਹਾਡੇ ਨਾਲ ਜਿਹੜੇ ਸਾਂਝੇ ਕਰਨੇ ਆ। ਸ਼ਾਇਦ ਮੇਰੇ 2 ਮਿੰਟ ਵੱਧ ਲੱਗ ਜਾਣ। ਮੈਂ ਐਗਜ਼ਾਮਪਲ ਹੀ ਦੇਣੀ ਹੈ ਕਿ ਮੇਰੇ ਸਕੂਲ ਇੱਕ ਨਾ ਮਿਊਜ਼ਿਕ ਟੀਚਰ ਆ, ਸ਼ੀ ਇਜ਼ ਅੰਮ੍ਰਿਤਧਾਰੀ, ਸਿਰ ਤੇ ਪਟਕਾ ਬੰਨ੍ਹਦੇ ਨੇ ਗੋਲ। ਔਰ ਥੋੜਾ ਬਰੀਫ ਕਰ ਲਿਓ। ਹਾਂਜੀ ਹਾਂਜੀ, ਉਹਨਾਂ ਨੇ ਸਰ 4-5 ਸਾਲ ਬਾਅਦ ਰੀਜੁਆਇਨ ਕੀਤਾ ਮੇਰਾ ਸਕੂਲ। ਔਰ ਸ਼ਾਇਦ ਸਕੂਲ ਦੇ ਸਿਸਟਮ ਤੋਂ ਇੰਪ੍ਰੈਸ ਸੀਗੇ ਜਾਂ ਕਿਵੇਂ ਵੀ ਦੁਬਾਰਾ ਆਏ ਨੇ ਮੇਰੇ ਕੋ। ਜਦੋਂ ਵਾਪਸ ਆਏ ਨੇ ਨਾ, ਸਿਰ ਤੇ ਦੁਪੱਟਾ ਲਿਆ ਹੋਇਆ ਸੀਗਾ, ਗੋਲ ਦਸਤਾਰ ਨਹੀਂ ਸੀਗੀ। ਮੈਂ ਵੀ ਵੇਖ ਕੇ ਹੈਰਾਨ ਹੋਈ। ਮੈਂ ਕੁਐਸਚਨ ਕੀਤਾ ਕਿ ਮੈਡਮ ਕਿੱਧਰ ਗਿਆ ਤੁਹਾਡਾ ਜਿਹੜਾ ਗੋਲ ਦਸਤਾਰ ਸੀਗੀ, ਤੁਸੀਂ ਬਹੁਤ ਸੋਹਣੇ ਲੱਗਦੇ ਸੀਗੇ। ਔਰ ਜਵਾਬ ਸੀਗਾ ਕਿ ਮੈਡਮ ਮੇਰੇ ਪ੍ਰਿੰਸੀਪਲ ਮੈਡਮ ਜਿਹੜੇ ਨੇ ਨਾ, ਉਹ ਜਿਹੜੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਆ ਕਿ ਬਟਾਲੇ ਤੋਂ ਜਿਹੜੇ ਸ਼ਹਿਰ ਤੋਂ ਜਿਹੜੇ ਟੀਚਰ ਜਿਹੜੇ ਆ ਰਹੇ ਨੇ, ਉਹ ਆ ਰਹੇ ਨੇ ਜੀਨਸ ਵਿੱਚ ਔਰ ਸ਼ਰਟਸ ਵਿੱਚ। ਔਰ ਪੇਰੈਂਟਸ ਜਿਹੜੇ ਨੇ ਉਹ ਇੰਪ੍ਰੈਸ ਹੁੰਦੇ ਨੇ ਕਿ ਸਾਨੂੰ ਜਿਹੜੇ ਨੇ ਇਸ ਤਰ੍ਹਾਂ ਦੇ ਟੀਚਰ ਚਾਹੀਦੇ ਨੇ ਜਿਨ੍ਹਾਂ ਵਾਲ ਸਟ੍ਰੇਟ ਕਰਕੇ ਅੱਗੇ ਕੀਤੇ ਹੋਣ, ਜੀਨਸ ਹੋਏ ਔਰ ਟੀ-ਸ਼ਰਟ ਪਾਈ ਹੋਏ। ਔਰ ਦੇਖੋ ਉਹਨਾਂ ਦੀ ਥਿੰਕਿੰਗ ਦੇਖੋ ਸਰ। ਮੈਂ ਤਾਂ ਇਹ ਤੁਹਾਨੂੰ ਸਾਰੇ ਟੀਚਰਸ ਨੂੰ ਔਰ ਜਿਹੜੇ ਪ੍ਰਿੰਸੀਪਲਸ ਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਡੋਂਟ ਥਿੰਕ ਸੋ, ਠੀਕ ਹੈ। ਇਸ ਤਰ੍ਹਾਂ ਦੀਆਂ ਜਿਹੜੀ ਵਿਚਾਰ ਜਿਹੜੀ ਛੱਡ ਦੇਵੋ, ਠੀਕ ਹੈ। ਇੱਕ ਸਿੰਪਲ ਲਿਵਿੰਗ ਵਿੱਚ ਵੀ ਤਾਂ ਬੰਦਾ ਅੱਛੇ ਵਿਚਾਰ ਰੱਖ ਸਕਦਾ ਨਾ, ਕਿਉਂ ਕਿਸੇ ਨੂੰ ਮਜਬੂਰ ਕਰਨਾ ਆ। ਔਰ ਪੇਰੈਂਟਸ ਦੀ ਵੇਖੋ ਥਿੰਕਿੰਗ ਆ ਕਿ ਜਿਹੜਾ ਟੀਚਰ ਜਿਹੜਾ ਆ ਜਿਹਨੇ 2-4 ਇੰਗਲਿਸ਼ ਵਿੱਚ ਗੱਲ ਕਰ ਲਈਆਂ, 2 ਸੈਂਟੈਂਸ ਬੋਲ ਦਿੱਤੇ ਹੈ ਨਾ, ਡਰੈਸ ਉਸ ਤਰ੍ਹਾਂ ਦੀ ਪਾ ਕੇ ਉਹਦੇ ਕੋਲੋਂ ਜ਼ਿਆਦਾ ਅਟਰੈਕਟ ਹੁੰਦੇ ਨੇ। ਪੇਰੈਂਟਸ ਨੂੰ ਵੀ ਤੁਸੀਂ ਗਾਈਡ ਕਰੋ ਕਿ ਅਸੀਂ ਅੱਛੇ ਟੀਚਰਸ ਦੀਆਂ ਕੁਆਲਿਟੀਜ਼ ਦੇਖਣੀਆਂ, ਨਾ ਕਿ ਉਹਦੀ ਡਰੈਸ ਅਪ ਦੇਖਣੀ ਆ। ਔਰ ਦੂਸਰੀ ਜਿਹੜੀ ਮੇਰੀ ਐਕਸਪੀਰੀਅੰਸ ਸੀਗਾ ਭਾਜੀ, ਉਹ ਸੀਗਾ ਨਸ਼ਿਆਂ ਤੇ। ਕਿ ਸਾਡੇ ਗੁਆਂਢੀਆਂ ਦਾ ਬੱਚਾ ਆ, ਉਹਦੇ ਕੋਲੋਂ 700 ਗ੍ਰਾਮ ਜਿਹੜੀ ਆ ਉਹ ਸਮੈਕ ਫੜੀ ਗਈ ਆ। ਥੋੜੇ ਦਿਨ ਹੀ ਹੋਏ, ਅਖਬਾਰ ਤੇ ਵੀ ਆਇਆ ਸੀਗਾ। ਔਰ ਜਦੋਂ ਅਖਬਾਰ ਫੜੀ ਗਈ ਆ, ਉਹਦੇ ਪੇਰੈਂਟਸ ਸਾਡੇ ਸਾਈਡ ਦੇ ਜਿਹੜੇ ਲੀਡਰ ਸੀਗੇ ਉਹਨਾਂ ਦੇ ਕੋਲ ਗਏ ਕਿ ਸਾਡੇ ਬੱਚੇ ਨੂੰ ਜਿਹੜਾ ਹੈ ਕਿਸੇ ਤਰ੍ਹਾਂ ਕੇਸ ਰਫਾ ਦਫਾ ਕਰਕੇ ਛੁਡਾ ਲਓ। ਠੀਕ ਹੈ, ਕਿਉਂ ਛੁਡਾ ਲਓ? ਪੇਰੈਂਟਸ ਕਿਉਂ ਪਹੁੰਚੇ? ਕਿਉਂਕਿ ਉਹ ਜਿਹੜੀ ਸੇਲ ਕਰਕੇ ਜਿਹੜਾ ਮਨੀ ਸੀਗੀ ਉਹ ਪੇਰੈਂਟਸ ਕੋਲ ਵੀ ਆਉਣੀ ਸੀਗੀ। ਸੋ ਤੁਸੀਂ ਲੋਕ ਤੇ ਮਨੀ ਮਾਈਂਡਡ ਨਾ ਬਣੋ ਜੇ ਬੱਚੇ ਵਿਚਾਰੇ ਗਲਤ ਰਸਤੇ ਤੇ ਪੈ ਗਏ ਆ ਤੇ। ਠੀਕ ਹੈ, ਸੋ ਬੱਚਿਆਂ ਨੂੰ ਸਹੀ ਗਾਈਡੈਂਸ ਦੱਸੋ, ਉਹਨਾਂ ਨੂੰ ਸਕੂਲ ਲੈਵਲ ਤੋਂ ਹੀ ਫੜ ਲਵੋ। ਅੱਛੀਆਂ ਕੁਆਲਿਟੀ ਸਕੂਲ ਲੈਵਲ ਤੇ ਤੁਸੀਂ ਜਿਹੜੀਆਂ ਆ ਉਹ ਪੁੱਟ ਕਰ ਦਿੱਤੀਆਂ ਤੇ ਬੱਚੇ ਗਲਤ ਸਾਈਡ ਨਹੀਂ ਜਾਣਗੇ। ਸੋ ਰਿਕੁਐਸਟ ਹੈ ਸਾਰੇ ਟੀਚਰਸ ਦੇ ਅੱਗੇ ਕਿ ਉਹਨਾਂ ਨੂੰ ਨਰਸਰੀ ਕਲਾਸ ਤੋਂ ਹੀ ਇਸ ਤਰ੍ਹਾਂ ਦੀਆਂ ਮੋਰਲ ਵੈਲਿਊਜ਼ ਦਿਓ ਕਿ ਉਹ ਗਲਤ ਰਸਤੇ ਤੇ ਜਾਣ ਹੀ ਨਾ। ਅਸੀਂ ਬਹੁਤ ਜ਼ਿਆਦਾ ਰਿਸਪੌਂਸੀਬਲ ਆ ਵੀਰ ਜੀ। ਮੈਨੂੰ 10 ਫਾਰਮ ਤੁਹਾਡੇ ਮਿਲੇ ਸੀਗੇ ਕਿ ਤੁਸੀਂ ਰਿਵਿਊ ਲੈਣੇ ਆ ਮਾਰਨਿੰਗ ਵਿੱਚ, ਔਰ ਮੈਂ 10 ਦੇ 10 ਰਿਵਿਊ ਲਏ ਜੇ। ਔਰ ਰਿਵਿਊ ਵਿੱਚ ਮੇਰੇ 4-5 ਵੀਰ ਸੀਗੇ ਜਿਹੜੇ ਇੱਥੇ ਬੈਠੇ ਹੋਏ ਨੇ। ਔਰ ਮੈਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਜਿਹੜੇ ਸੀਗੇ ਉਹ ਸ਼ਾਇਦ ਹੋ ਸਕਦਾ ਹਿੰਦੂ ਫੈਮਲੀਜ਼ ਨਾਲ ਰਿਲੇਟਡ ਹੋਣ, ਜਾਂ ਉਹਨਾਂ ਨੇ ਵਾਲ ਕਟਿੰਗ ਕਰਵਾਈ ਸੀਗੀ। ਉਹਨਾਂ ਦਾ ਕੁਐਸਚਨ ਸੀਗਾ ਕਿ ਮੈਮ ਵਰਕਸ਼ਾਪ ਜਿਹੜੀ ਹੈ ਉਹ ਜ਼ਿਆਦਾ ਮਤਲਬ ਧਾਰਮਿਕ ਇਸ਼ੂ ਨੂੰ ਲੈ ਰਹੀ ਹੈ, ਜ਼ਿਆਦਾ ਉੱਥੇ ਗੱਲ ਕੀਤੀ ਜਾ ਰਹੀ ਹੈ। ਔਰ ਉਹਦਾ ਜਵਾਬ ਮੈਂ ਖੁਦ ਹੀ ਦੇਵਾਂਗੀ ਵੀਰ ਜੀ, ਤੁਹਾਨੂੰ ਨਹੀਂ ਕਹਾਂਗੀ ਜਵਾਬ ਦਿਓ। ਉਹ ਵੀਰ ਜੀ ਮੇਰਾ ਵਿਚਾਰ ਇਹ ਆ ਕਿ ਟਰਾਈ ਟੂ ਬੀ ਆ ਟਰੂ ਸਿੱਖ, try to be a true Muslim, try to be a true Hindu.
ਠੀਕ ਹੈ। ਅਗਰ ਅਸੀਂ ਇਹ ਚੀਜ਼ਾਂ ਜਿਹੜੀਆਂ ਆ ਬਣ ਗਏ ਤੇ ਸਾਡਾ ਮਤਲਬ ਇਹ ਕਿ ਜੇ ਟੀਚਰ ਇਹ ਚੀਜ਼ਾਂ ਆਪਣੇ ਵਿੱਚ ਪੁੱਟ ਕਰ ਲਵੇਗਾ ਕਿ ਆਈ ਐਮ ਟ੍ਰਾਈਂਗ ਟੂ ਬੀ ਅ ਟਰੂ ਸਿੱਖ, ਟਰੂ ਹਿੰਦੂ, ਟਰੂ ਮੁਸਲਿਮ, ਤੇ ਸਮਾਜ ਸਾਡਾ ਕਦੀ ਗਲਤ ਹੋ ਹੀ ਨਹੀਂ ਸਕਦਾ। ਥੈਂਕ ਯੂ ਐਂਡ ਹੈਵ ਅ ਨਾਈਸ ਡੇ ਟੂ ਆਲ ਆਫ ਯੂ। ਮੈਂ ਵੀਰ ਜੀ ਪੂਰੀ ਕੋਸ਼ਿਸ਼ ਕਰਾਂਗੀ ਆਪਣਾ ਕਾਲਜ, ਆਪਣਾ ਸਕੂਲ, ਆਪਣਾ ਪਰਿਵਾਰ ਜਿਹੜਾ ਫਿਊਚਰ ਵਿੱਚ ਸੰਭਾਲਾਂਗੇ। ਧੰਨਵਾਦ ਜੀ। ਨੈਕਸਟ Okay ਪਲੀਜ਼, ਨੈਕਸਟ ਪਲੀਜ਼। H23 ਇੰਦਰਜੀਤ ਸਿੰਘ, ਪ੍ਰਿੰਸੀਪਲ ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ। ਮੈਨੂੰ ਇਸ ਕਾਨਫਰੰਸ ਵਿੱਚ ਬੋਰਡ ਦੇ ਥਰੂ ਆਉਣ ਦਾ ਮੌਕਾ ਮਿਲਿਆ। ਮੈਂ ਪਹਿਲੀ ਵਾਰ ਇੱਥੇ ਸ਼ਮੂਲੀਅਤ ਕਰ ਰਿਹਾ। ਇਹ ਕਾਨਫਰੰਸ ਅਟੈਂਡ ਕਰਕੇ ਮੈਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਤੇ ਮੈਨੂੰ ਦਿਲਾਵਰੀ ਵਾਲੀ ਗੱਲ ਯਾਦ ਆ ਗਈ ਕਿ ਸ਼ਾਇਦ ਮੈਂ ਵੀ 40 ਸਾਲ ਬਾਅਦ ਇੱਕ ਸਚਿਆਰ ਮਨੁੱਖ ਬਣ ਸਕਾਂ। ਸੋ ਮੈਂ ਆਪ ਜੀ ਨਾਲ ਵਚਨਬੱਧ ਕਰਦਾ ਕਿ ਮੈਂ ਆਪਣਾ ਪਰਿਵਾਰ ਤੇ ਆਪਣੀ ਸੰਸਥਾ ਨੂੰ ਇਸ ਮਿਸ਼ਨ ਲਈ ਚਲਾਉਣ ਲਈ ਤਤਪਰ ਰਹਾਂਗਾ। ਧੰਨਵਾਦ। ਨੈਕਸਟ ਪਲੀਜ਼। H19 19 ਮੈਂ ਨਾਥਰਾਮ ਤਿਤਰੀਆ ਫਰੋਮ UK। ਮੈਂ ਸਭ ਤੋਂ ਪਹਿਲਾਂ ਆਪਣੇ ਭਾਜੀ ਰਣਜੀਤ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਖਾਸ ਤੌਰ ਤੇ ਮੈਨੂੰ ਇਸ ਕਾਨਫਰੰਸ ਤੇ 2 ਦਿਨ ਵਾਸਤੇ ਲੈ ਕੇ ਆਇਆ। 2 ਦਿਨ ਮੈਂ ਕਾਨਫਰੰਸ ਅਟੈਂਡ ਕੀਤੀ। ਉਸ ਤੋਂ ਬਾਅਦ ਮੈਂ ਸਾਰੀ ਸੰਸਥਾ ਦੇਖੀ, ਤੌਰ ਫਿਰ ਕੇ ਦੁੱਖ ਵੀ ਬਹੁਤ ਔਰ ਖੁਸ਼ੀ ਵੀ। ਜਿਹੜਾ ਤੁਹਾਡਾ ਸਟਾਫ ਔਰ ਜੋ ਤੁਸੀਂ ਜੋ ਕੁਝ ਕਰ ਰਹੇ ਆ, ਸਲੂਟ ਤੁਹਾਨੂੰ ਸਾਰਿਆਂ ਨੂੰ। ਮੈਂ ਆਪਣਾ ਪਰਿਵਾਰ ਔਰ ਮੈਂ ਆਪਣੀ ਸੰਸਥਾ ਨੂੰ ਸਾਂਭਣ ਦੀ ਕੋਸ਼ਿਸ਼ ਕਰੂੰਗਾ। ਥੈਂਕ ਯੂ ਵੈਰੀ ਮਚ। ਦਾਸੀ ਪਿੰਗਲਵਾੜੇ ਦੀ ਨਿਮਾਣੀ ਜੀ, ਸੇਵਾਦਾਰ। ਮੈਂ 2 ਦਿਨ ਦੀ ਇਹ ਕਾਨਫਰੰਸ ਅਟੈਂਡ ਕੀਤੀ ਆ। ਬਹੁਤ ਖੁਸ਼ੀ ਹੋਈ ਆ। ਸਚਿਆਰ ਮਨੁੱਖ ਨੂੰ ਲੈ ਕੇ ਜੇ ਵਿਦਿਅਕ ਕਾਨਫਰੰਸ ਹੋਈ ਆ, ਇਹ ਵਿਸ਼ਾ ਬਹੁਤ ਜ਼ਰੂਰੀ ਸੀ, ਅੱਜ ਦੇ ਸਮੇਂ ਦੀ ਲੋੜ ਸੀ। ਇਸ ਵਿੱਚ ਕਾਨਫਰੰਸ ਦੇ ਵਿੱਚੋਂ ਮੈਂ ਬਹੁਤ ਕੁਝ ਸਿੱਖਿਆ। ਵਾਹਿਗੁਰੂ ਕਰੇ ਜੋ ਵੀ ਅਸੀਂ ਸਿੱਖਿਆ ਉਹ ਪੱਲੇ ਬੰਨ੍ਹ ਕੇ ਲੈ ਕੇ ਜਾਈਏ ਤੇ ਉਹਨੂੰ ਅਸੀਂ ਆਪਣੇ ਪਰਿਵਾਰ ਦੇ ਵਿੱਚ ਲਾਗੂ ਕਰ ਸਕੀਏ। ਧੰਨਵਾਦ। ਵਚਨਬੱਧਤਾ ਦੱਸ ਦਿਓ ਜੀ ਤੁਹਾਡੀ। ਹਾਂਜੀ, ਮੈਂ ਕੋਸ਼ਿਸ਼ ਪਹਿਲਾਂ ਹੀ ਵਚਨਬੱਧ ਨੂੰ ਡਿਸਕਲੋਜ਼ ਨਹੀਂ ਤੁਸੀਂ ਕੀਤਾ। ਵਾਹਿਗੁਰੂ, ਮੈਂ ਅਰਦਾਸ ਕਰਾਂਗੀ ਪਰਮਾਤਮਾ ਅੱਗੇ ਕਿ ਜੋ ਵੀ ਮਿਸ਼ਨ ਅਸੀਂ ਲੈ ਕੇ ਚੱਲਦੇ ਹਾਂ ਇਹਦੇ ਵਿੱਚ ਸਾਨੂੰ ਪਰਮਾਤਮਾ ਸਫਲਤਾ ਬਖਸ਼ਦਾ ਰਹੇ ਤੇ ਸਾਡੇ ਅੰਗ ਸੰਗ ਰਹੇ। ਦੂਸਰੀ ਗੱਲ, ਮੈਂ ਦਸਵੰਧ ਦੇਣ ਦੀ ਕੋਸ਼ਿਸ਼ ਕਰਦੀ ਰਹਾਂਗੀ ਹਮੇਸ਼ਾ ਤੇ ਕੋਸ਼ਿਸ਼ ਕਰਾਂਗੀ ਆਪਣੇ ਪਿੰਗਲਵਾੜੇ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਚਿਆਰ ਮਨੁੱਖ ਬਣਾਉਣ ਦੀ ਕੋਸ਼ਿਸ਼। ਧੰਨਵਾਦ। ਨੈਕਸਟ ਪਲੀਜ਼। ਸਰ, ਬਟਾਲਾ ਤੋਂ ਮਨਜਿੰਦਰ, ਜਲੰਧਰ ਦੂਰਦਰਸ਼ਨ ਐਂਕਰ। ਮੈਂ ਫਸਟ ਟਾਈਮ ਇਹ ਆਪਣੀ ਵਿਦਿਅਕ ਕਾਨਫਰੰਸ ਜਿਹੜੀ ਹੈ ਅਟੈਂਡ ਕਰ ਰਿਹਾ ਹੈ ਤੇ ਫੁੱਲੀ ਚਾਰਜ ਹੋਇਆ ਇਹਨੂੰ ਦੇਖ ਕੇ ਮੈਂ ਤੇ ਕਾਫੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ। ਤਾਂ ਮੇਰੀ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਅੰਤਰਰਾਸ਼ਟਰੀ ਵਿਦਿਅਕ ਕਾਨਫਰੰਸ ਆਪਾਂ ਕਰਵਾਉਂਦੇ ਪਏ ਹੈ ਅਕੈਡਮਿਕ ਲੈਵਲ ਦੇ ਉੱਪਰ, ਤੇ ਜਿਹੜੇ ਇਸ ਫੀਲਡ ਦੇ ਨਾਲ ਨਹੀਂ ਜੁੜੇ ਦੇ, ਜਿਵੇਂ ਅਨਪੜ੍ਹਤਾ ਜ਼ਿਆਦਾ ਹੈ ਸਾਡੇ ਸੋਸਾਇਟੀ ਦੇ ਵਿੱਚ, ਜਿਹੜੇ ਇਸ ਫੀਲਡ ਤੋਂ ਬਿਲਕੁਲ ਅਲੱਗ ਨੇ, ਠੀਕ ਹੈ, ਉਹਨਾਂ ਵਾਸਤੇ ਵੀ ਮੋਟੀਵੇਸ਼ਨ ਦੀ ਜ਼ਰੂਰਤ ਹੈ, ਉਹਨਾਂ ਵਾਸਤੇ ਵੀ ਸਚਿਆਰਤਾ ਦੀ ਜ਼ਰੂਰਤ ਹੈ। ਤੇ ਮੈਂ ਸੋਚਦਾ ਹਾਂ ਜਾਂ ਮੈਂ ਬੇਨਤੀ ਕਰਦਾ ਹਾਂ ਕਿ ਆਤਮ ਪ੍ਰਕਾਸ਼ ਜੋ ਮਿਸ਼ਨ ਹੈ ਉਹਨਾਂ ਵਾਸਤੇ ਵੀ ਕੁਝ ਕਰੇ ਤਾਂ ਕਿ ਸਾਰੇ ਆਵਾਮ ਨੂੰ ਜਿਹੜਾ ਆ ਇਹਦਾ ਚੰਗਾ ਜਿਹੜਾ ਮੈਸੇਜ ਉਹ ਮਿਲ ਸਕੇ। ਸਰ, ਮੈਂ ਤੁਹਾਡਾ ਧੰਨਵਾਦੀ ਹਾਂ। ਅਜੇ ਆਤਮ ਪ੍ਰਕਾਸ਼ ਯਾਨੀ ਸਮਰੱਥਾ ਨਹੀਂ ਕਿ ਸਾਰੇ ਫਰੰਟ ਖੋਲ੍ਹ ਲਵੇ, ਪਰ ਤੁਸੀਂ ਅਰਦਾਸ ਕਰੋ ਕਿ ਸਮਰੱਥਾ ਪੈਦਾ ਹੋਵੇ। ਅਸੀਂ ਵਿਦਿਅਕ ਅਦਾਰਿਆਂ ਨੂੰ ਜੋ ਸਾਹਮਣੇ ਦੇਖਾਂਗੇ ਕੁਝ ਕਰ ਸਕੇ ਹਾਂ, ਫਿਰ ਉਹ ਫਰੰਟ ਵੀ ਜ਼ਰੂਰ ਖੋਲਾਂਗੇ, ਪਰ ਕਾਮਾਂ ਰੋਲੀ ਨਹੀਂ ਅਸੀਂ ਪਾਉਣੀ। ਅਜੇ ਹਾਲ ਦੀ ਘੜੀ ਆਉਣ ਵਾਲੇ ਕੁਝ ਸਾਲ ਸਾਡਾ ਫੋਕਸ ਸਿਰਫ ਟੀਚਰਸ ਤੇ ਹੀ ਰਹੇਗਾ। ਅਰਦਾਸ ਕਰੋ ਕੋਈ ਸਮਰੱਥਾ ਬਣਿਆ ਹੋਵੇ ਤਾਂ ਉਹ ਵੀ। ਮੈਂ ਅਰਦਾਸ ਕਰਦਾ ਹਾਂ ਕਿ ਆਤਮ ਪ੍ਰਕਾਸ਼ ਮਿਸ਼ਨ ਦੀ ਸਫਲਤਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ। ਧੰਨਵਾਦ। ਨੈਕਸਟ ਪਲੀਜ਼। G20/U ਕੰਚਨਵਾਲਾ NRI ਸਕੂਲ ਡੱਲਾ ਕਾਦੀਆਂ, ਡਿਸਟ੍ਰਿਕਟ ਗੁਰਦਾਸਪੁਰ। ਇਸ ਕਾਨਫਰੰਸ ਤੋਂ ਸਾਨੂੰ ਬਹੁਤ ਉਤਸ਼ਾਹ ਮਿਲਿਆ ਤੇ ਬਹੁਤ ਲਾਭ ਮਿਲਿਆ। ਮੈਂ ਇਸ ਕਾਨਫਰੰਸ ਤੋਂ ਇੰਨੀ ਪ੍ਰਭਾਵਿਤ ਹੋਈ ਹਾਂ ਕਿ ਮੈਂ ਟਿਲ ਲਾਈਫ ਇਸ ਸੰਸਥਾ ਦੇ ਨਾਲ ਜੁੜਨਾ ਚਾਹੁੰਦੀ ਹਾਂ, ਇਹਦੀ ਮੈਂਬਰ ਬਣਨਾ ਚਾਹੁੰਦੀ ਹਾਂ। ਮੇਰਾ ਸੁਝਾਅ ਹੈ ਕਿ ਇਸ ਕਾਨਫਰੰਸ ਦੇ ਅੱਗੇ ਹੋਰ ਪਾਰਟਸ ਆਰਗੇਨਾਈਜ਼ ਕੀਤੇ ਜਾਣ ਤੇ ਜਿਹਦੇ ਵਿੱਚ ਅੱਜ ਫੀਮੇਲ ਬੇਬੀ ਅਬੋਰਸ਼ਨ ਤੇ ਇੱਕ ਵੀਡੀਓ ਪ੍ਰਭਾਵਸ਼ਾਲੀ ਦਿਖਾਈ ਗਈ। ਅਜਿਹੀਆਂ ਹੋਰ ਵੀਡੀਓਜ਼ ਬਣਾ ਕੇ ਸਕੂਲਸ ਵਿੱਚ ਫਾਰਵਰਡ ਕੀਤੀਆਂ ਜਾਣ। ਮੈਂ ਪ੍ਰੋਮਿਸ ਕਰਦੀ ਹਾਂ ਕਿ ਅਕਾਦਮਿਕ ਪੁਸਤਕਾਂ ਜਿੰਨੀਆਂ ਵੱਧ ਤੋਂ ਵੱਧ ਲਗਵਾ ਸਕਾਂ ਉਹਦੇ ਵਾਸਤੇ ਵਿਅਕਤੀਗਤ ਤੌਰ ਤੇ ਐਫਰਟਸ ਕਰਾਂਗੀ। ਔਰ ਅਗਲੀ ਹੋਣ ਵਾਲੀ ਕਾਨਫਰੰਸ ਦੇ ਵਿੱਚ 2 ਪ੍ਰਿੰਸੀਪਲ ਆਪਣੇ ਤੌਰ ਤੇ ਤਿਆਰ ਕਰਵਾ ਕੇ ਇੱਥੇ ਲੈ ਕੇ ਆਵਾਂਗੀ।
ਪਿੰਗਲਵਾੜਾ ਸੁਸਾਇਟੀ ਦੇ ਸਾਰੇ ਸੇਵਾਦਾਰਾਂ ਨੂੰ ਮੈਂ ਹੱਥ ਜੋੜ ਕੇ ਹਜ਼ਾਰਾਂ ਨਮਨ ਕਰਦੀ ਹਾਂ। ਉਹਨਾਂ ਦੀ ਸੇਵਾ ਭਾਵਨਾ, ਉਹਨਾਂ ਦੀ ਸ਼ਰਧਾ, ਉਹਨਾਂ ਦਾ ਸਮਰਪਣ ਦੇਖ ਕੇ ਮੈਂ ਵਾਅਦਾ ਕਰਦੀ ਹਾਂ ਕਿ ਜ਼ਿੰਦਗੀ ਦੇ ਕਿਸੇ ਪੜਾਅ ਵਿੱਚ ਮੈਂ ਵੀ ਆਪਣਾ ਕੋਈ ਜ਼ਿੰਦਗੀ ਦਾ ਅੰਸ਼ ਜਿਹੜਾ ਕੁਝ ਸਾਲ ਜਿਹੜਾ ਇਸ ਪਿੰਗਲਵਾੜੇ ਨੂੰ ਦੇਣ ਦੀ ਕੋਸ਼ਿਸ਼ ਕਰਾਂਗੀ। ਧੰਨਵਾਦ। ਪਿੰਗਲਵਾੜੇ ਦੀ ਗੱਲ ਕੀਤੀ ਹੈ, ਮੇਰੀ ਬੇਨਤੀ ਹੈ ਵੀ ਬਾਹਰ ਨਾ ਪਿੰਗਲਵਾੜੇ ਦੇ ਬੱਚਿਆਂ ਦਾ ਇੱਕ ਸਟਾਲ ਲੱਗਿਆ ਹੋਇਆ ਹੈ, ਹੱਥ ਨਾਲ ਚੀਜ਼ਾਂ ਤਿਆਰ ਕੀਤੀਆਂ ਨੇ। ਜਾਣ ਲੱਗੇ ਜ਼ਰੂਰ ਦੇਖ ਕੇ ਜਾਇਓ, ਬੱਚਿਆਂ ਨੂੰ ਉਤਸ਼ਾਹ ਦੇ ਕੇ ਜਾਇਓ। ਜੋ ਤੁਹਾਨੂੰ ਘਰ ਵਿੱਚ ਲੋੜੀਂਦਾ ਹੋਵੇ ਖਰੀਦਿਓ ਵੀ ਜ਼ਰੂਰ, ਕਿਉਂਕਿ ਇਹਨਾਂ ਬੱਚਿਆਂ ਨੇ ਕੋਈ ਕਮਾਈ ਨਹੀਂ ਕਰਨੀ, ਇਹਨਾਂ ਤਾਂ ਆਪਣਾ ਯਤਨ ਕਰ ਰਹੇ ਨੇ, ਸਿੱਖ ਰਹੇ ਨੇ ਕਿ ਅਸੀਂ ਆਪਣਾ ਰੋਜ਼ਗਾਰ ਕਿਵੇਂ ਪੈਦਾ ਕਰ ਸਕੀਏ। ਸੋ ਜਾਣ ਲੱਗਿਆਂ ਇੱਕ ਵਿਜ਼ਿਟ ਪਿੰਗਲਵਾੜੇ ਦੀ ਸਟਾਲ ਤੇ ਜ਼ਰੂਰ ਦੇਣਾ। G15 ਵਨੀਤ ਕੌਰ, G15 ਵਨੀਤ ਕੌਰ ਨੈਸ਼ਨਲ ਪਬਲਿਕ ਸਕੂਲ, G15 ਵਨੀਤ ਕੌਰ ਨੈਸ਼ਨਲ ਪਬਲਿਕ ਸਕੂਲ ਨਸ਼ਹਿਰਾ ਪਨਵਾ। ਇਹ ਮੇਰੀ ਪਹਿਲੀ ਕਾਨਫਰੰਸ ਸੀ, ਇਸ ਵਿੱਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਪਹਿਲਾਂ ਮੇਰਾ ਰੁਝਾਨ ਸਿਰਫ CBSE ਦੀਆਂ ਕਾਨਫਰੰਸ ਦੇ ਵਿੱਚ ਹੀ ਸੀ, ਲੇਕਿਨ ਮੇਰੀ ਹੁਣ ਅੱਗੇ ਤੋਂ ਇੱਛਾ ਹੈ ਕਿ ਮੈਂ ਸਾਰੀਆਂ ਕਾਨਫਰੰਸ ਅਟੈਂਡ ਕਰਾਂ ਔਰ ਆਪਣੇ ਸਕੂਲ ਦੇ ਬੱਚਿਆਂ ਨੂੰ ਔਰ ਆਪਣੇ ਟੀਚਰਸ ਨੂੰ ਜੋ ਮੈਂ ਸਿੱਖਿਆ ਉਸ ਨੂੰ ਜ਼ਰੂਰ ਸਿਖਾਵਾਂਗੀ। ਅਸੀਂ ਅੱਗੇ ਵੀ ਸਾਰੀਆਂ ਬੁੱਕਸ ਲਗਾਈਆਂ ਔਰ ਜਿੰਨੀਆਂ ਬੁੱਕਸ ਹੁਣ ਲਾਂਚ ਹੋਈਆਂ ਉਹ ਜ਼ਰੂਰ ਹੋਰ ਵੀ ਲਗਾਵਾਂਗੇ ਔਰ ਮੈਂ ਆਪਣੀ ਔਰ ਆਪਣੇ ਸਕੂਲ ਦੀ ਜ਼ਿੰਮੇਵਾਰੀ ਲੈਂਦੀ ਹਾਂ। ਧੰਨਵਾਦ। G26 ਵਰਿੰਦਰਪਾਲ ਸਿੰਘ। ਮੈਨੂੰ ਮੈਸੇਜ ਆਇਆ ਇੱਥੇ ਬੈਠੇ ਡੈਲੀਗੇਟਸ ਵੱਲੋਂ, ਕਹਿੰਦੇ ਟਾਈਮ ਸਾਰਾ ਇੱਧਰ ਹੀ ਪੂਰਾ ਹੋ ਜਾਊਗਾ, ਸਕੇ ਸਾਡੇ ਵੱਲ ਵੀ ਮਾਈਕ ਆਊਗਾ। ਉਹ ਕੁਝ ਮਹਿਸੂਸ ਕਰ ਰਹੇ ਨੇ, ਕਾਈਂਡਲੀ ਟੇਕ ਕੇਅਰ। ਹਾਂਜੀ ਜਲਦੀ ਜੀ। ਨੈਸ਼ਨਲ ਬੱਚਾ ਪਬਲਿਕ ਮੈਨੂੰ ਸਕੂਲ ਕਹਿਣ ਆਇਆ ਕਿ ਇੱਧਰ ਵਾਲੇ ਡੈਲੀਗੇਟਸ ਕਹਿ ਰਹੇ ਕਿ ਸਾਡੀ ਵਾਰੀ ਆਊਗੀ, ਉੱਧਰ ਖਤਮ ਹੋ ਜਾਊਗਾ ਟਾਈਮ। ਇੱਕ ਇੱਕ ਕਰ ਲਈਏ ਜੀ। ਨਹੀਂ ਨਹੀਂ, ਤੁਸੀਂ ਫੁਰਤੀ ਕਰ ਲਓ, ਸਾਰੇ ਕਰਾਂਗੇ, ਫੁਰਤੀ ਕਰੋ। ਹਾਂਜੀ, ਮੈਂ ਆਪਣੀ ਵਚਨਬੱਧਤਾ ਦੱਸਦਾ ਜੀ। ਹਾਂਜੀ ਹਾਂਜੀ, ਮੈਂ ਆਪਣਾ ਮਿਸ਼ਨ ਵਾਸਤੇ ਪਰਿਵਾਰ ਸੰਭਾਲਾਂਗਾ, ਸਕੂਲ ਸੰਭਾਲਾਂਗਾ, ਦਸਵੰਧ ਦੇਵਾਂਗਾ ਤੇ ਜਿਹੜੀਆਂ ਪਬਲੀਕੇਸ਼ਨ ਜਿਹੜੇ ਬੁੱਕਸ ਦੀਆਂ ਉਹਦੇ ਵਿੱਚ ਹੈਲਪ ਕਰਾਂਗਾ, ਕਿਉਂਕਿ ਆਲਰੇਡੀ ਅਸੀਂ ਜਿਹੜਾ ਬੁੱਕਸ ਦੀ ਜਿਹੜੀਆਂ ਸਾਇੰਸ ਦੀਆਂ ਬੁੱਕਸ ਨੇ ਉਹਦੀ ਟਰਾਂਸਲੇਸ਼ਨ 'ਚ ਕੰਮ ਕਰ ਰਹੇ ਹਾਂ। ਹਾਂਜੀ, ਉਹਦੇ 'ਚ ਮੈਂ ਹੈਲਪ ਕਰਾਂਗਾ। ਮੈਨੂੰ ਖੁਸ਼ੀ ਹੋਈ ਹੈ ਇਸ ਕੰਮ ਲਈ ਪਹਿਲਾ ਡੈਲੀਗੇਟ ਆਇਆ, ਕਿਉਂਕਿ ਕੱਲ੍ਹ ਅਸੀਂ ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸੁਝਾਅ ਉੱਤੇ ਇਹ ਵਚਨਬੱਧਤਾ ਪ੍ਰਗਟਾਈ ਸੀ ਔਰ ਮੈਂ ਕੱਲ੍ਹ ਰਾਤੀ NCERT ਦੀਆਂ ਸਾਰੀਆਂ ਸਾਇੰਸ ਦੀਆਂ ਬੁੱਕਸ ਨੈੱਟ ਤੋਂ ਡਾਊਨਲੋਡ ਕੀਤੀਆਂ ਔਰ ਮੈਂ ਉਹਦਾ ਲੇਆਊਟ ਤਿਆਰ ਕਰ ਲਿਆ ਸੀ ਕਿ ਆਪਾਂ ਇਹ 'ਤੇ ਕੰਮ ਕਿਵੇਂ ਕਰਨਾ। ਔਰ ਪਹਿਲੀ ਕਿਤਾਬ ਦਾ ਪਹਿਲਾ ਪੇਜ ਦਾ ਖਰੜਾ ਮੈਂ ਰਾਤੀ ਲਿਖ ਕੇ ਸੁੱਤਾ ਵੀ ਅੱਜ ਹੁਣ ਵਚਨਬੱਧਤਾ ਕੀਤੀ ਹੈ, ਇਹਨੂੰ ਕਰਨਾ ਜ਼ਰੂਰ ਹੈ। ਅਤੇ ਮੈਨੂੰ ਖਾਲਸਾ ਇਹ ਖੁਸ਼ੀ ਹੋਈ ਹੈ ਕਿ ਮੈਨੂੰ ਪਹਿਲਾ ਡੈਲੀਗੇਟ ਮਿਲਿਆ ਜਿਹਨੇ ਕਿਤਾਬਾਂ ਦੀ ਪਬਲੀਕੇਸ਼ਨ, ਕਿਉਂਕਿ ਇਕੱਲੇ ਕਹਿ ਰਹੇ ਬੰਦੇ ਦਾ ਕੰਮ ਨਹੀਂਗਾ ਕਿਤਾਬਾਂ ਨੂੰ ਹੱਥ ਪਾਉਣਾ। ਵੈਸੇ ਜੀ ਮੈਂ ਆਲਰੇਡੀ 6 ਸਾਲ ਤੋਂ ਇਹ ਕੰਮ ਕਰ ਰਿਹਾ। ਬਹੁਤ ਖੁਸ਼ੀ ਹੋਈ ਜੀ। ਇਹੋ ਜਿਹੇ ਹੋਰ ਡੈਲੀਗੇਟਸ ਜ਼ਿਆਦਾ ਆਉਣ ਤਾਂ ਅਸੀਂ ਉਸ ਕੰਮ ਨੂੰ ਛੇਤੀ ਲਵਾਂਗੇ। ਮੈਂ 4 ਵਾਰੀ ਕੱਲ ਹੱਥ ਵੀ ਖੜਾ ਕੀਤਾ, ਮੈਂ ਕੁਝ ਐਡ ਕਰਨਾ ਚਾਹੁੰਦਾ ਸੀ, ਉਸ ਵੇਲੇ ਸਮਾਂ ਨਹੀਂ ਮਿਲਿਆ। ਮੈਂ ਤੁਹਾਡੇ ਨਾਲ ਵੱਖਰਾ ਬੈਠਦਾ ਜੀ। ਵੱਖਰੇ ਬੈਠਦੇ ਹਾਂ ਜੀ। ਥੈਂਕ ਯੂ ਸੋ ਨਾਈਸ। ਮੇਰੇ 2 ਸੁਝਾਅ ਸੀਗੇ ਛੋਟੇ ਜਿਹੇ ਕਿ ਸਾਰੇ ਟੀਚਰਸ ਨੇ ਇੱਥੇ ਬੈਠੇ ਪ੍ਰਿੰਸੀਪਲਸ ਵੀ ਜਿਵੇਂ ਆਪਾਂ ਜਿਵੇਂ ਸਰ ਕੱਲ ਵੀ ਸੀਗਾ ਵੀ ਜਿਵੇਂ ਜਿਹੜੇ ਐਜੂਕੇਸ਼ਨ ਦੇ ਐਕਸਪਰਟ ਸੀਗੇ ਨਾ ਜੀ, ਕੱਲ ਕੁਝ ਗੱਲਬਾਤ ਕਰਨ ਦਾ, ਕੁਐਸਚਨ ਆਨਸਰਸ ਜਿਹੜੇ ਐਕਸਪਰਟਸ ਦੇ ਨਾਲ, ਉਹ ਜ਼ਰੂਰ ਇੱਕ ਸੈਸ਼ਨ ਐਡ ਕੀਤਾ ਜਾਵੇ ਕਿ ਜਿਵੇਂ ਚਾਈਲਡ ਸਾਈਕੋਲੋਜਿਸਟ ਇੱਕ ਬੁਲਾਇਆ ਜਾਵੇ, ਹੋਰ ਜਿਹੜੇ ਅੱਛੇ ਐਕਸਪਰਟਸ ਨੇ, ਕਿਉਂਕਿ ਇਹ ਵਨ ਵੇ ਟ੍ਰੈਫਿਕ ਹੀ ਸੀਗਾ। ਸਾਡੀ ਕੋਈ ਗੱਲ ਤਾਂ ਹੀ ਹੁਣ ਸਾਰੇ ਟਾਈਮ ਲੈ ਰਹੇ ਨੇ, ਜ਼ਿਆਦਾ ਕਿਸੇ ਨੂੰ ਮੌਕਾ ਨਹੀਂ ਮਿਲਿਆ ਗੱਲਬਾਤ ਕਰਨ ਦਾ। ਦੂਜਾ ਇਹ ਸੀ, ਹਾਂਜੀ, ਦੂਸਰਾ ਸੁਝਾਅ ਛੋਟਾ ਜਿਹਾ ਆ ਕਿ ਜਿਵੇਂ ਆਪਾਂ ਸਾਰੇ ਸਕੂਲਸ ਐਜੂਕੇਸ਼ਨਲ ਟੂਰਸ ਲੈ ਕੇ ਜਾਣੇ ਆ ਅਲੱਗ-ਅਲੱਗ ਜਗ੍ਹਾ ਤੇ, ਆਓ ਸਾਰੇ ਪ੍ਰਣ ਕਰੀਏ ਕਿ ਪਿੰਗਲਵਾੜੇ ਦੇ ਵੀ ਇੱਕ ਛੋਟੇ ਟੂਰਸ ਜਿਹੜੇ ਆ ਨਾ ਉਹ ਲੈ ਕੇ ਆਈਏ ਤਾਂ ਕਿ ਬੱਚਿਆਂ ਨੂੰ ਸੈਂਸਿਟਿਵ ਬਣਾਈਏ, ਕਿਉਂਕਿ ਜਿਹੜੀ ਸਾਡੇ ਘਰਾਂ 'ਚ ਅਬੰਡੈਂਸ ਤੇ ਬਹੁਤਾਤ ਜਿਹੜੀ ਚੀਜ਼ ਆ ਉਹਨਾਂ ਨੂੰ ਬੱਚਿਆਂ ਨੂੰ ਸਾਡਿਆਂ ਨੂੰ ਹੋਰ ਤਰ੍ਹਾਂ ਦਾ ਬਣਾਤਾ ਤੇ ਬੱਚਿਆਂ ਨੂੰ ਪਤਾ ਲੱਗੇ ਆਣ ਕੇ ਵੀ ਜ਼ਿੰਦਗੀ ਅਸਲ ਦੇ ਵਿੱਚ ਕੀ ਸੈਂਸਿਟਿਵ ਬਣਾਈਏ। ਥੈਂਕ ਯੂ। ਲਾਸਟ ਜਿਹੜੀ ਅਸੀਂ ਵੀਰ ਜੀ ਨੇ ਗੱਲ ਕਹੀ, ਅਸੀਂ ਸਾਰੇ ਡੈਲੀਗੇਟਸ ਨੂੰ ਅਨਾਉਂਸ ਕੀਤਾ ਸੀ ਕਿ ਆਪਣੇ ਸਕੂਲ ਦਾ ਇੱਕ ਵਿਜ਼ਿਟ ਸਾਲ ਦਾ ਪੱਕਾ ਪਿੰਗਲਵਾੜੇ ਦਾ ਕਰ ਦਿਓ। ਮੇਰੇ ਸਾਹਮਣੇ ਏਵਨ ਪਬਲਿਕ ਸਕੂਲ ਤੋਂ ਬੈਠੇ ਜਸਪਾਲ ਸਿੰਘ ਜੀ, ਉਹ ਲੈ ਕੇ ਵੀ ਆਏ ਸੀ, ਸ਼ਾਇਦ ਕੋਈ ਹੋਰ ਸਕੂਲ ਵੀ ਆਏ ਹੋਣ, ਪਰ ਇਹਨਾਂ ਦਾ ਪੁਆਇੰਟ ਬਹੁਤ ਵੈਲਿਡ ਹੈ ਔਰ ਇਹਨੂੰ ਜ਼ਰੂਰ ਅਮਲ 'ਚ ਲਿਆਓ। B3 ਮਾਈਸੈਲਫ SP ਸਿੰਘ ਫਰਮ BBS ਹਾਈ ਸਕੂਲ ਕੈਰੋਂ। ਮੈਨੇਜ ਕਮੇਟੀਆਂ ਲਈ ਚੈਲੰਜ ਹੈ, ਐਜੂਕੇਸ਼ਨਲ ਸ਼ਾਪਸ ਨੂੰ ਫਾਈਨੈਂਸ਼ੀਅਲ ਸ਼ਾਪਸ ਨਾ ਬਣਾਇਆ ਜਾਵੇ, ਡਿਵੋਟੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਬਣਾਇਆ ਜਾਵੇ, ਇਹਨਾਂ ਟੀਚਰਸ 'ਤੇ ਹੱਥ ਰੱਖਿਆ ਜਾਵੇ, ਇਹਨਾਂ ਨੂੰ ਐਕਸਪਲੋਇਟੇਸ਼ਨ ਨਾ ਕੀਤੀ ਜਾਵੇ ਤੇ ਇਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ ਨੂੰ ਸੁਣ ਕੇ ਇਹਨਾਂ ਨੂੰ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ਜਾਵੇ। ਉਹਦੇ ਵਿੱਚ ਕੋਸ਼ਿਸ਼ ਕਰਾਂਗੇ, ਅਰਦਾਸ ਕਰਾਂਗੇ, ਸਕੂਲ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰਾਂਗੇ, ਯਤਨ ਕਰ ਰਹੇ ਹਾਂ। 3 ਤੋਂ 5 ਲੱਖ ਤੱਕ ਦੀ ਟਰਾਂਸਪੋਰਟੇਸ਼ਨ ਫ੍ਰੀ ਹੈ ਬੱਚਿਆਂ ਲਈ। 50 ਬੱਚਿਆਂ ਵਾਸਤੇ ਫੀਸ 50 ਲੱਖ ਦੀ 50,000 ਦੀ ਮਾਫ ਕੀਤੀ ਹੋਈ ਹੈ। 50 ਬੱਚਿਆਂ ਵਾਸਤੇ ਸ਼ੂਜ਼ ਜਿਹੜੇ ਹੈ ਉਹ ਉਹਨਾਂ ਨੂੰ ਦਿੱਤੇ ਹੋਏ ਹੈ, ਉਹਨਾਂ ਦੇ ਇਹਨਾਂ 'ਚ ਪਵਾਏ ਹੋਏ ਹੈ। ਲੋਅਰ ਸੈਕਸ਼ਨ ਦੇ ਬੱਚਿਆਂ ਨੂੰ ਜ਼ਿਆਦਾ ਕੋਸ਼ਿਸ਼ ਕਰਕੇ ਇਨਕਰੇਜ ਕਰ ਰਹੇ ਹਾਂ, ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ, ਕਿਉਂਕਿ ਸੁਸਾਇਟੀ ਦਾ ਬੜਾ ਵੱਡਾ ਅੰਗ ਹੈ।
ਉਹਨੂੰ ਸਾਹਮਣਾ ਸਾਡੀ ਵੱਡੀ ਵੱਡੀ ਜ਼ਰੂਰਤ ਹੈ। ਤਗੜਿਆਂ ਦੇ ਸਾਰੇ ਯਾਰ ਹੈ, ਮਾੜਿਆਂ ਦਾ ਕੋਈ ਯਾਰ ਨਹੀਂ ਹੈ। ਇਨਸਾਨੀਅਤ ਹੈ, ਉਸ ਨੂੰ ਸਮਝਣਾ ਬਣਦਾ ਹੈ। ਇੱਕ ਗੱਲ ਹੋਰ ਹੈ, ਕੁਦਰਤ ਦਾ ਇੱਕ ਨਿਯਮ ਹੈ, ਕਿਹਾ ਜਾਂਦਾ ਹੈ ਇਨਸਾਨ ਨੂੰ ਬੰਦਾ ਬਣ ਜਾ। ਕਦੀ ਜਾਨਵਰ ਨੂੰ ਕਿਸੇ ਨੇ ਕਿਹਾ ਬੰਦਾ ਬਣ ਜਾ? ਦਰਖਤ ਨੂੰ, ਰੁੱਖ ਨੂੰ ਕਿਹਾ ਕਦੀ ਬੰਦਾ ਬਣ ਜਾ? ਇਨਸਾਨ ਨੂੰ ਇਹ ਕਿਉਂ ਕਿਹਾ ਜਾ ਰਿਹਾ ਹੈ? ਇਹਨੂੰ ਐਨਾਲਾਈਜ਼ ਕਰਨ ਦੀ ਲੋੜ ਹੈ। ਥੈਂਕ ਯੂ। E13 ਜੀ। E13 ਮੈਂ ਗੁਰਮੀਤ ਸਿੰਘ ਧੂਰੀ, ਮਹਿਕਮਾ ਲੋਕ ਨਿਰਮਾਣ ਵਿਭਾਗ, ਪੋਸਟਿੰਗ ਕੰਸਟਰਕਸ਼ਨ ਸਰਕਲ ਨੰਬਰ 2 ਪਟਿਆਲਾ ਜੀ। ਐਜੂਕੇਸ਼ਨ ਦੇ ਨਾਲ ਮੇਰਾ ਸੰਬੰਧ ਨਹੀਂ ਹੈ। ਮੈਂ ਪਹਿਲੀ ਵਾਰੀ ਇਸ ਪ੍ਰੋਗਰਾਮ ਨੂੰ ਅਟੈਂਡ ਕੀਤਾ ਤੇ ਬਹੁਤ ਹੀ ਵਧੀਆ ਲੱਗਿਆ। ਇਉਂ ਲੱਗਿਆ ਜਿਵੇਂ ਅਜੇ ਤੱਕ ਹਨੇਰੀ ਦੁਨੀਆ ਦੇ ਵਿੱਚ ਬੈਠੇ ਸੀ। ਸੱਚਿਆਰ ਮਨੁੱਖ ਮੈਂ ਆਪ ਬਣੂੰਗਾ ਅਤੇ ਆਪਣੇ ਪਰਿਵਾਰ ਨੂੰ ਇਸ ਸੱਚਿਆਰ ਮਨੁੱਖ ਬਣਨ ਦੀ ਸੇਧ ਦਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਪ੍ਰੀਤ ਸਿੰਘ ਨਾਭਾ ਤੋਂ, ਰਜਿਸਟ੍ਰੇਸ਼ਨ ਨੰਬਰ E6। ਕਾਨਫਰੰਸ ਵਿੱਚ ਆਉਣ ਦਾ ਪਹਿਲਾ ਚਾਂਸ ਹੈ, ਪਰ ਇਸ ਤੋਂ ਪਹਿਲਾਂ ਆਪ ਜੀ ਦੇ ਆਫਿਸ ਦੇ ਵਿੱਚ ਇੱਕ ਵੀਰ ਜਸਪਾਲ ਸਿੰਘ ਜੀ ਏਵਨ ਪਬਲਿਕ ਸਕੂਲ ਨਾਭਾ ਤੋਂ ਮੈਨੂੰ ਉੱਥੇ ਲੈ ਕੇ ਆਏ ਸੀ। ਤਾਂ ਉੱਥੋਂ ਮੈਂ ਵੈਸੇ ਗਵਰਨਮੈਂਟ ਐਲੀਮੈਂਟਰੀ ਸਕੂਲ 'ਚ ਟੀਚਰ ਹਾਂ ਜੀ। ਉੱਥੇ ਅਸੀਂ ਆ ਬੁੱਕਸ ਵਗੈਰਾ ਤਾਂ ਜਿਵੇਂ ਤੁਸੀਂ ਡੀਜੀ ਸਾਹਿਬ ਨੇ ਲਾਗੂ ਨਹੀਂ ਕਰ ਸਕਦੇ, ਪਰ ਮੈਂ 2-4-5 ਬੁੱਕਸ ਉੱਥੋਂ ਲੈ ਗਿਆ ਸੀਗਾ ਤੇ ਉਹ ਮੈਂ ਜਾ ਕੇ ਲਾਗੂ ਕਰਵਾ ਦਿੱਤੀਆਂ ਸੀ ਆਪਣੇ ਸਕੂਲ 'ਚ। ਵੈਰੀ ਗੁੱਡ। ਤੇ ਫਿਰ ਵੀ ਹਿੰਮਤ ਨਾਲ ਉਹ ਜਦੋਂ ਖਤਮ ਹੋਈਆਂ, ਮੈਂ ਇੱਕ ਕਾਪੀ ਉਹਦੀ ਰੱਖ ਲਈ ਸੀ, ਉਹਦੀਆਂ ਫੋਟੋ ਸਟੇਟਾਂ ਵਿੱਚ ਲਵਾ ਰਿਹਾ ਅੱਗੇ ਕਰਕੇ। ਤੇ ਉਹ ਕਿਉਂਕਿ ਕਈ ਵਾਰੀ ਅਫਸਰ ਆਏ ਵੀ, ਮੈਨੂੰ ਕਿਸੇ ਨੇ ਕੁਝ ਕਿਹਾ ਨਹੀਂ ਹਾਲੇ ਤੱਕ। ਤੇ ਕੋਈ ਚੰਗਾ ਕੰਮ ਨੂੰ ਕੋਈ ਮਾੜਾ ਨਹੀਂ ਕਹਿੰਦਾ। ਕਈ ਵਾਰੀ ਮੇਰੀ ਡੀਓ ਨੇ ਚੈਕਿੰਗ ਵੀ ਕੀਤੀ ਆ, ਹੋਰ ਵੀ ਕੀਤੀ ਆ ਵੀ ਇਹਨਾਂ ਨੇ ਆਪਣੇ ਸਕੂਲ 'ਚ ਜ਼ਿਆਦਾ ਰਿਲੀਜੀਅਸ, ਮੈਂ ਮਾਟੋ ਵੀ ਸਾਰੇ ਮੇਰੇ ਸੁਕ੍ਰਿਤ ਟਰਸਟ ਵਾਲੇ ਲਿਖੇ ਹੋਏ ਨੇ, 50 ਮਾਟੋ ਮੇਰੇ ਸਕੂਲ ਦੀਆਂ ਕੰਧਾਂ ਤੇ ਸੁਕ੍ਰਿਤ ਟਰਸਟ ਦੇ ਜਾਂ ਇਹਨਾਂ 'ਚੋਂ। ਤੇ ਚੰਗੇ ਕੰਮ ਨੂੰ ਡਰਨ ਦੀ ਲੋੜ ਨਹੀਂ। ਕਈ ਐਲੀਮੈਂਟਰੀ ਸਕੂਲਾਂ ਟੀਚਰ ਬੈਠੇ ਨੇ, ਜੇ ਕੋਈ ਡੀਓ ਸੀਓ ਡੀਜੀ ਆਉਂਦਾ ਤਾਂ ਕਹਿ ਦਿਓ 'ਚ ਕੋਈ ਮਾੜੀ ਗੱਲ ਕੀ ਆ ਤਾਂ ਦੱਸ ਦਿਓ। ਕੋਈ ਜੇ ਉਹ ਨਹੀਂ ਡੀਜੀ ਸਾਹਿਬ ਸਾਨੂੰ ਇਜਾਜ਼ਤ ਦਿੰਦੇ, ਅਸੀਂ ਆਪਣੀ ਮਨ ਦੀ ਕੌਂਸ਼ੀਅਸ ਨੂੰ ਚੰਗਾ ਕੰਮ ਕਰਾਉਣਾ ਕਰਾ ਦਿਓ, ਡਰੋ ਨਾ। ਤੇ ਆਊਟ ਆਫ ਦੀ ਵੇ ਜਾ ਕੇ ਵੀ ਹੋਲ ਇਨ ਹਾਰਟ ਦੇ 4 ਆਪਰੇਸ਼ਨ ਕਰਾ ਚੁੱਕੇ ਹਾਂ ਸਰਵ ਸਿੱਖਿਆ ਅਭਿਆਨ 'ਚੋਂ। ਕਈ ਵਾਰੀ ਬੱਚਾ ਦਾਖਲ ਨਹੀਂ ਹੁੰਦਾ, ਉਹ ਵੀ ਕੋਈ ਐਸੀ ਗੱਲ ਨਹੀਂ ਹੈ। ਬਾਕੀ ਜਿਹੜੀ ਰਹੀ ਸੁਝਾਅ ਦੀ ਗੱਲ, ਉਹ 2 ਮਿੰਟ ਲਈ ਤੁਹਾਡੇ ਨਾਲ ਵੱਖਰੇ ਤੌਰ ਤੇ ਗੱਲ ਕਰਾਂਗੇ। ਤੇ ਜਿਹੜੀ ਵਚਨਬੱਧਤਾ ਹੈ ਮੈਂ ਉਹ ਕਰਨੀ ਹੈ ਜਿਹੜੀ ਇੱਥੇ ਲਿਖੀ ਨਹੀਂ ਹੋਈ। ਮੈਂ ਪਹਿਲਾਂ ਆਪਣੇ ਆਪ ਨੂੰ ਸੱਚਿਆਰ ਮਨੁੱਖ ਬਣਾ ਲਵਾਂ, ਤਾਂ ਮੈਂ ਆਪਣੇ ਪਰਿਵਾਰ ਦੀ ਗਰੰਟੀ ਲਵਾਂਗਾ। ਤੇ ਅਰਦਾਸ ਜ਼ਰੂਰ ਕਰਾਂਗਾ ਤੇ ਆਪਣੇ ਆਪ ਨੂੰ ਪਹਿਲਾਂ ਮੈਂ ਚੇਂਜ ਕਰਾਂਗਾ। ਧੰਨਵਾਦ। ਰਜਿਸਟ੍ਰੇਸ਼ਨ C47 APT ਮੈਨੇਜਮੈਂਟ ਟੈਕਨੋਲੋਜੀ ਨਾਭਾ। ਸਭ ਤੋਂ ਪਹਿਲਾਂ ਜਸਪਾਲ ਵੀਰ ਜੀ ਦਾ ਧੰਨਵਾਦ ਜੋ ਸਾਨੂੰ ਇੱਥੇ ਲੈ ਕੇ ਆਏ। 10 ਮਿੰਟ ਰਹਿ ਗਏ ਜੀ, ਧੰਨਵਾਦ ਫਿਰ ਨਾ ਹੀ ਕਰੀਏ ਆਪਾਂ। ਹੁਣ ਗੱਲ ਕਰ ਲਓ ਜਿਹੜੀ ਕਰਨੀ ਆ। ਜਿਹੜਾ ਤੁਹਾਡਾ ਪਹਿਲੀ ਗੱਲ ਹੋਈ ਇੱਥੇ ਕੀ ਮਿਲਿਆ, ਜਿਹੜੇ ਤੁਸੀਂ ਬੁੱਧੀਜੀਵੀਆਂ ਨਾਲ ਗੱਲ ਕਰਾਈ ਤੇ ਜਿਹੜਾ 7 ਤੋਂ 8 ਦਾ ਸੈਸ਼ਨ ਸੀ ਬਹੁਤ ਵਧੀਆ ਸੀ। ਉੱਥੋਂ ਇਹ ਐਕਸਪੀਰੀਅੰਸ ਹੋਇਆ, ਬਹੁਤ ਟਾਈਮ ਤੋਂ ਲਾਈਫ 'ਚ ਥੋੜ੍ਹਾ ਨੈਗੇਟਿਵਿਟੀ ਸੀ, ਥੋੜ੍ਹਾ ਇੰਜੋਏ ਹੋਇਆ ਬਹੁਤ ਲੰਬੇ ਟਾਈਮ ਤੋਂ ਬਾਅਦ। ਤੇ ਜੋ ਪ੍ਰੋਮਿਸ ਕਰ ਰਹੇ ਆ ਉਹ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਗੱਲ ਕਰ ਰਹੇ ਆ। ਵੀ ਟਰਾਈ ਕਰਾਂਗੇ, ਮਾਲਕ ਕਿਰਪਾ ਕਰੇ ਆਪਣੇ ਆਪ ਨੂੰ ਇੰਪਰੂਵ ਕਰੀਏ। ਤੇ ਦੂਸਰੀ ਵਚਨਬੱਧਤਾ ਇਹ ਕਰ ਰਹੇ ਆ ਵੀ ਫੁੱਲ ਟਾਈਮ ਜਦੋਂ ਵੀ ਤੁਸੀਂ ਬੁਲਾਓਗੇ, ਜਿਸ ਕੰਮ ਲਈ ਵੀ ਸੇਵਾ ਲਾਓਗੇ, ਟਾਈਮ ਦੇ ਤੌਰ ਤੇ ਫੁੱਲ ਟਾਈਮ ਦਊਂਗਾ ਜੀ। ਫੁੱਲ ਟਾਈਮ ਮੀਨਸ ਫੁੱਲ ਟਾਈਮ ਜਦੋਂ ਤੁਸੀਂ ਬੁਲਾਓਗੇ ਸਾਡੇ ਕੋਲ ਰਹੋਗੇ ਮਹੀਨਾ ਕ ਆ ਜਾਾਂਗੇ ਜੀ। ਆ ਲਿਖ ਲਓ ਭੈਣ ਜੀ। ਧੰਨਵਾਦ ਜੀ। ਹਾਂਜੀ ਨੈਕਸਟ ਪਲੀਜ਼। ਆਪ ਸ਼ਾਬਾਸ਼ ਸ਼ਾਬਾਸ਼ ਫੁਰਤੀ ਨਾਲ। C50 ਆਤਮ ਪ੍ਰਕਾਸ਼ ਸੋਸ਼ਲ ਵੈਲਫੇਅਰ ਕੌਂਸਲ ਦਾ ਵੀਰ ਜੀ। C50 ਜੀ C50 ਜੀ। ਹਾਂਜੀ। ਜਸਪ੍ਰੀਤ ਸਿੰਘ, ਮੈਂ ਐਜੂਕੇਸ਼ਨ ਡਿਪਾਰਟਮੈਂਟ ਨਾਲ ਤਾਂ ਹੈ ਨਹੀਂ ਰਿਲੇਟਡ, ਹੈਲਥ ਡਿਪਾਰਟਮੈਂਟ ਨਾਲ ਰਿਲੇਟਡ ਆ। ਪਤਾ ਨਹੀਂ, ਚਲੋ ਮੈਨੂੰ ਇੱਥੇ ਆਉਣ ਦਾ ਬਹੁਤ ਵਧੀਆ ਮੌਕਾ ਮਿਲਿਆ ਤੇ ਮੈਂ ਆਪਣੇ ਅਨੁਭਵ ਇੱਥੇ ਜਿਹੜੇ ਦੱਸ ਰਿਹਾ, ਉਹ ਮੈਂ ਜਿਹੜੇ ਬੁੱਧੀਜੀਵ ਇੱਥੇ ਜਿਹੜੇ ਆਏ ਨੇ ਪੈਨਲ ਦੇ ਵਿੱਚ ਬੈਠੇ ਸੀ, ਉਹਨਾਂ ਦੇ ਸੁਝਾਅ ਬਹੁਤ ਵਧੀਆ ਲੱਗੇ ਤੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਪਰਿਵਾਰ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ। ਸੁਝਾਅ ਜਿਹੜੇ ਇੱਥੇ ਪਿੰਗਲਵਾੜੇ ਦੇ ਮਾਨਾਵਾਲਾ ਦੇ ਪ੍ਰਿੰਸੀਪਲ ਜੀ ਆਏ ਸੀਗੇ, ਜੇ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਗਵਰਨਮੈਂਟ ਨਾਲ ਰਿਲੇਟਡ ਹੋ ਕੇ ਕੰਮ ਕਰੋ ਤਾਂ ਬਹੁਤ ਹੀ ਵਧੀਆ ਰਹੂਗਾ। ਤੁਸੀਂ ਦੱਸ ਚੁੱਕੇ ਹੋ ਨਹੀਂ ਕਰ ਸਕਦੇ, ਤੇ ਇੱਕ ਮੈਨੂੰ ਇਹਨਾਂ ਦਾ ਸੁਝਾਅ ਬੜਾ ਵਧੀਆ ਲੱਗਿਆ ਵੀ ਹੋਰ ਵੀ ਡਿਪਾਰਟਮੈਂਟਸ ਨੂੰ ਤੁਸੀਂ ਜਿਹੜੇ ਦੂਰਦਰਸ਼ਨ ਵੱਲੋਂ ਆਏ ਨੇ ਵਧੀਆ ਲੱਗਿਆ, ਉਹਨਾਂ ਨੂੰ ਵੀ ਰਿਲੇਟਡ ਕਰਕੇ ਕਰੋ ਤਾਂ ਕੰਮ ਹੋਰ ਵੀ ਬੰਦਿਆਂ ਨੂੰ ਫਾਇਦਾ ਹੋ ਸਕਦਾ। ਧੰਨਵਾਦ ਜੀ। E7 ਜੀ।
ਪਰਿਵਾਰ ਕਿਹੜਾ 7 ਜੀ? E7 ਠੀਕ ਹੈ। ਪਰਿਵਾਰ ਸੰਭਾਲ ਅਤੇ ਖੁਦ ਨੂੰ ਬਦਲਣ ਦਾ ਯਤਨਸ਼ੀਲ ਰਹੂੰਗਾ ਜੀ। ਤੇ ਅਗਰ ਕੁਦਰਤ ਸੰਭਾਲ ਦਾ ਜੋ ਵਿਸ਼ਾ ਅਤ ਮਹੱਤਵਪੂਰਨ ਵਿਸ਼ਾ ਅਗਰ ਉਹਦੇ ਤੇ ਬੀਬੀ ਜੀ ਲੈਕਚਰ ਦਿੰਦੇ ਤਾਂ ਸਾਰਿਆਂ ਨੂੰ ਜ਼ਿਆਦਾ ਸਿੱਖਣ ਨੂੰ ਮਿਲਦਾ ਜੀ। ਧੰਨਵਾਦ। E4 ਦਰਸ਼ਨ ਸਿੰਘ। ਸਾਨੂੰ ਇੱਥੇ ਆ ਕੇ ਬੜਾ ਹੀ ਚੰਗਾ ਲੱਗਿਆ, ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਤੋ ਸੁਝਾਅ ਇਹ ਹੈ ਕਿ ਆਤਮ ਪ੍ਰਕਾਸ਼ ਮਿਸ਼ਨ ਦੇ ਜਿਹੜੇ ਆਗੂ ਹਨ ਜਾਂ ਇਹਨਾਂ ਨੂੰ ਚਲਾ ਰਹੇ ਹਨ, ਤਾਂ ਵੀਰ ਜੀ ਨਾਲ ਮੇਰੀ ਸਵੇਰੇ ਵੀ ਇੱਕ ਵਾਰੀ ਗੱਲ ਹੋ ਚੁੱਕੀ ਹੈ ਕਿ ਅਸੀਂ ਸ਼ੁੱਧ ਗੁਰਬਾਣੀ ਦੇ ਉੱਪਰ ਥੋੜ੍ਹਾ ਜਿਹਾ ਅਸੀਂ ਇੱਕ ਉਪਰਾਲਾ ਕਰੀਏ ਤਾਂ ਕਿ ਅਸੀਂ ਗੁਰਬਾਣੀ ਦੇ ਨਾਲ ਤਾਂ ਹੀ ਜੀ ਸਕਦੇ ਹਾਂ ਅਗਰ ਸਾਨੂੰ ਸ਼ੁੱਧ ਗੁਰਬਾਣੀ ਪੜ੍ਹਨੀ ਆਉਂਦੇ ਹੋਏਗੀ ਤਾਂ ਅਸੀਂ ਵਿਸਰਾਮ ਲਗਾ ਕੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਬੜੇ ਆਰਾਮ ਦੇ ਨਾਲ ਅਸੀਂ ਜਿਹੜਾ ਹੈ ਉਹ ਨਿਤਨੇਮ ਕਰੀਏ, ਬਾਣੀ ਪੜ੍ਹੀਏ। ਸੋ ਉਸ ਤੋਂ ਅੱਗੇ ਅਰਦਾਸ ਵੀ ਅਸੀਂ ਇਹਨਾਂ ਦੀ ਸਫਲਤਾ ਲਈ ਪਹਿਲਾਂ ਵੀ ਕਰ ਰਹੇ ਹਾਂ ਅਤੇ ਹੁਣ ਵੀ ਕਰਾਂਗੇ। ਪਰਿਵਾਰਕ ਤੌਰ 'ਤੇ ਦਾਸ ਆਪਣੇ ਪਰਿਵਾਰ ਸਮੇਤ ਸਵੇਰ ਅਤੇ ਸ਼ਾਮ 2 ਬੱਚੇ ਹੈ ਅਤੇ ਘਰਵਾਲੀ 4 ਮੈਂਬਰ ਹਾਂ। ਅਸੀਂ ਸਵੇਰੇ ਸ਼ਾਮ ਆਪਣਾ ਜਿਹੜਾ ਨਿਤਨੇਮ ਹੈ ਉਹ ਅਸੀਂ ਇਕੱਠੇ ਬਹਿ ਕੇ ਕਰਦੇ ਹਾਂ। ਅਤੇ ਉਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਵੀ ਅਸੀਂ ਧਾਰਮਿਕ ਪ੍ਰੀਖਿਆ ਦੇ ਜਿਹੜੇ ਹੈਗੇ ਟੈਸਟ ਉਹ ਅਸੀਂ ਲੈਂਦੇ ਹਾਂ। ਸਿੱਖ ਮਿਸ਼ਨਰੀ ਕਾਲਜ ਵੱਲੋਂ ਮੈਂ ਸਿੱਖ ਮਿਸ਼ਨਰੀ ਕਾਲਜ ਦਾ ਸਰਕਲ ਇੰਚਾਰਜ ਹਾਂ ਵੈਸੇ ਨਾਭਾ ਤੋਂ, ਅਤੇ ਸਕੂਲਾਂ ਦੇ ਵਿੱਚ ਵੀ ਧਾਰਮਿਕ ਪ੍ਰੀਖਿਆ ਜਿਹੜੀ ਹੈਗੀ ਹੈ ਲੈਂਦੇ ਹਾਂ ਅਸੀਂ। ਅਤੇ ਸਾਡੀ ਗੁਰਮਤਿ ਕਲਾਸ ਵੀ ਇੱਕ ਲੱਗਦੀ ਹੈ ਹਫਤਾਵਾਰੀ, ਉਹਦੇ ਵਿੱਚ ਵੀ ਸਾਡੇ ਜਿਹੜੇ ਪ੍ਰੋਗਰਾਮ ਸਾਰੇ ਚੱਲਦੇ ਆ ਸ਼ੁੱਧ ਗੁਰਬਾਣੀ ਜਾਂ ਹੋਰ ਜੋ ਵੀ ਹੈ। ਅਤੇ ਦਸਵੰਧ ਵੀ ਅਸੀਂ ਦੇਵਾਂਗੇ, ਮੈਂ ਰਿਵਿਊ ਦੇ ਵਿੱਚ ਉਹ ਲਿਖ ਚੁੱਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। D2 ਸਭ ਤੋਂ ਪਹਿਲਾਂ ਮੈਂ ਸੁਬਾਹ ਸ਼ਾਮ ਅਰਦਾਸ ਕਰੂੰਗਾ ਆਤਮ ਪ੍ਰਕਾਸ਼ ਦੀ ਮਿਸ਼ਨ ਦੀ ਸਫਲਤਾ ਵਾਸਤੇ। ਉਸ ਤੋਂ ਬਾਅਦ ਮੈਂ ਆਪ ਸਚਿਆਰ ਮਨੁੱਖ ਬਣੂੰਗਾ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਅਵਰ ਉਪਦੇਸ਼ ਹੈ ਆਪ ਨਾ ਕਰ ਹੈ ਆਵਤ ਜਾਵਤ ਜਨਮ ਹੈ ਮਰੈ। ਉਸ ਤੋਂ ਬਾਅਦ ਆਪ ਸਚਿਆਰ ਮਨੁੱਖ ਬਣਨ ਤੋਂ ਬਾਅਦ ਫਿਰ ਅੱਗੇ ਸ਼ੁਰੂ ਕਰਾਂਗਾ ਆਪਣੇ ਪਰਿਵਾਰ ਤੋਂ ਤੇ ਅੱਗੇ। ਧੰਨਵਾਦ। ਨੈਕਸਟ E11 ਜੋਗਾ ਸਿੰਘ। ਮੈਂ ਪ੍ਰੋਜੈਕਟ ਅਫਸਰ ਹੈਗਾ ਸਕਿੱਲ ਟ੍ਰੇਨਿੰਗ ਸੈਂਟਰ। ਵੈਸੇ ਮੈਂ ਕਾਲਜ ਲੈਵਲ ਤੋਂ ਆਇਆ, ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਮੈਂ ਬਚਨ ਕਰਦਾ ਅਰਦਾਸ ਕਰਾਂਗਾ, ਉਸ ਤੋਂ ਇਲਾਵਾ ਮੇਰਾ ਪਰਿਵਾਰ ਵੀ ਇਸ ਪਾਸੇ ਆਏਗਾ। ਉਸ ਤੋਂ ਇਲਾਵਾ ਮੈਨੂੰ ਇਹ ਮੈਨੇਜਮੈਂਟ ਨੇ ਅਤੇ ਪ੍ਰਿੰਸੀਪਲ ਨੇ ਇਸ ਬਿਨਾਂ 'ਤੇ ਭੇਜਿਆ ਸੀ ਭਾਈ ਸਾਹਿਬ ਜੀ ਤੁਸੀਂ ਜਾਇਓ। ਮੈਨੇਜਮੈਂਟ ਦੇ ਸਾਡੇ 9 ਨਨਕਾਣਾ ਸਾਹਿਬ ਪਬਲਿਕ ਸਕੂਲ ਨੇ, ਅਸੀਂ 9 ਜਾਂ 10 ਜਿੰਨੇ ਵੀ ਸਾਰਿਆਂ ਦੇ ਵਿੱਚ ਇਸ ਚੀਜ਼ ਨੂੰ ਲਾਗੂ ਕਰਨ ਅਤੇ ਪੁਸਤਕਾਂ ਉੱਥੇ ਲਾਉਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ ਜੀ। ਮੇਰਾ ਰਜਿਸਟ੍ਰੇਸ਼ਨ ਨੰਬਰ C27, ਸੁਨੀਲ ਸ਼ਰਮਾ ਮੇਰਾ ਨਾਮ ਹੈ। ਐਕਮੇ ਪਬਲਿਕ ਸਕੂਲ ਜਲਾਲਾਬਾਦ ਤੋਂ ਆਇਆ। ਪਹਿਲੀ ਵਾਰੀ ਕਾਨਫਰੰਸ ਅਟੈਂਡ ਕੀਤੀ, ਬਹੁਤ ਵਧੀਆ ਲੱਗਿਆ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਸੁਝਾਅ ਮੈਂ ਭੈਣ ਜੀ ਹੋਰਾਂ ਨੂੰ ਦਿੱਤੇ ਹੋਏ ਆ, ਪਲੀਜ਼ ਨੋਟ ਜ਼ਰੂਰ ਕਰਿਓ ਕਿਉਂਕਿ ਟਾਈਮ ਘੱਟ ਹੈ, ਇਸ ਕਰਕੇ ਮੈਂ ਜ਼ਿਆਦਾ ਨਹੀਂ ਬੋਲੂੰਗਾ। ਅਤੇ ਜਿੱਥੋਂ ਤੱਕ ਵਚਨਬੱਧਤਾ ਦੀ ਗੱਲ ਹੈ, ਮੈਂ ਪਹਿਲਾਂ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੂੰਗਾ, ਬਿਕੋਜ਼ ਦੇयर ਇਜ਼ ਅ ਲੋਟ ਆਫ ਡਿਫਰੈਂਸ ਬਿਟਵੀਨ ਬੀਇੰਗ ਹਿਊਮਨ ਐਂਡ ਹਿਊਮਨ ਬੀਇੰਗ। ਥੈਂਕ ਯੂ। H45 ਭਾਈ ਗੁਰਦਾਸ ਅਕੈਡਮੀ। ਇੱਥੇ ਆ ਕੇ ਕੀ ਸਿੱਖਣ ਨੂੰ ਮਿਲਿਆ ਇੱਕ ਸੈਂਟੈਂਸ ਨਹੀਂ ਦੱਸਿਆ ਜਾ ਸਕਦਾ। ਬਹੁਤ ਕੁਝ ਮਿਲਿਆ। ਬਹੁਤ ਧੰਨਵਾਦ ਆਤਮ ਪ੍ਰਕਾਸ਼ ਰਾਸ਼ਟਰੀ ਵਿਦਿਅਕ ਕਾਨਫਰੰਸ ਆਰਗੇਨਾਈਜ਼ ਕਰਨ ਦਾ। ਅਰਦਾਸ ਕਰਾਂਗੇ ਡੈਫੀਨੇਟਲੀ। ਬਾਕੀ ਆਪਣੀ ਅਤੇ ਆਪਣੇ ਸਕੂਲ ਦੀ ਜ਼ਿੰਮੇਵਾਰੀ, ਵਾਤਾਵਰਣ ਸੰਭਾਲ ਅਤੇ ਨਸ਼ਿਆਂ ਬਾਰੇ ਅਸੀਂ ਸੈਮੀਨਾਰ ਆਪਣੇ ਸਕੂਲ ਲੈਵਲ 'ਤੇ ਕਰਦੇ ਰਹਿੰਦੇ ਹਾਂ। Yes, please, I would not take more time. So, myself is Gurpreet Singh and my registration number is C26. So, today, before the starting of the session, I consulted with Gurnab Singh. Sorry, I forgot the name. Gurnab Singh ji, and he told me about that Guru Granth Sahib is the philosophy, and God gave us the birth to live according to the norms of the Guru Granth Sahib. Is that clear? So, according to Gurbani, we should lead our life. So, I'll try. First of all, I'll try. Okay, because it's very difficult to live according to the Gurbani. Is that clear? Because just one example is there. During the summer vacation, I tried to, I made a promise to myself that I would try to memorize Sukhmani Sahib. But within the 30 days, I couldn't implement all that. Is that clear? So I'll try, first of all, I'll try to implement, okay, on myself, and after that I will think about the others. Thank you very much.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। B10 ਸੁਮਿਤਪਾਲ ਸਿੰਘ। ਮੈਂ ਦੱਸਣਾ ਚਾਹੁੰਦਾ ਕਿ ਕਾਨਫਰੰਸ ਤੋਂ ਆਉਣ ਤੋਂ ਪਹਿਲਾਂ 1-2 ਦਿਨ ਪਹਿਲਾਂ ਮੈਂ ਤੇ ਮੇਰੇ ਨਾਲ ਦੇ ਕਲੀਗ ਗੱਲਾਂ ਕਰ ਰਹੇ ਸੀ ਬੈਠ ਕੇ ਕਿ ਹਾਊ ਵੀ ਕੈਨ ਇੰਪਰੂਵ ਦਾ ਨੇਸ਼ਨ, ਕਿ ਜੇ ਆਪਣੇ ਨੇਸ਼ਨ ਨੂੰ ਜਾਂ ਪੰਜਾਬ ਨੂੰ ਚੇਂਜ ਕਰਨ ਲਈ ਕੀ ਕਰ ਸਕਦੇ ਹਾਂ, ਇੰਪਰੂਵ ਕਰਨ ਲਈ ਕੀ ਕਰ ਸਕਦੇ ਹਾਂ। ਕਾਫੀ ਦੇਰ ਸਾਡੀ ਬਹਿਸ ਚੱਲਦੀ ਰਹੀ ਕਿ ਕੀ ਕਰਨਾ ਚਾਹੀਦਾ ਹੈ, ਬਟ ਐਟ ਲਾਸਟ ਕੀ ਹੋਇਆ ਕਿ ਮੈਂ ਸਿਰ ਸੁੱਟ ਲਿਆ, ਕੁਝ ਪਤਾ ਨਹੀਂ ਕੀ ਕਰਨਾ ਹੈ, ਔਰ ਮੇਰੇ ਨਾਲ ਦੇ ਕਲੀਗ ਹੈ ਜਿਹੜੇ ਉੱਠ ਕੇ ਗਏ ਚਲੇ। ਔਰ ਨੈਕਸਟ ਡੇ ਮੈਂ ਕਾਨਫਰੰਸ 'ਤੇ ਆਇਆ, ਇੱਥੇ ਆ ਕੇ ਮੈਨੂੰ ਪਤਾ ਲੱਗ ਰਿਹਾ ਹੈ ਕਿ ਅਗਰ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਪੰਥ ਦੇ ਬਹੁਤ ਵੱਡੇ ਦਰਦੀ ਹੈ ਜਿਹੜੇ ਉਹ ਬੈਠੇ ਆ ਕਰਨ ਲਈ, ਔਰ ਅਸੀਂ ਵੀ ਇਹਨਾਂ ਦੀ ਸੇਧ 'ਤੇ ਚੱਲਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਸਿਖਾਈਏ। ਸਿਖਾਉਣਾ ਕਿਵੇਂ ਹੈ ਕਿ ਮੈਨਰਸ ਆਰ ਕੌਟ ਨੋਟ ਟੌਟ। ਮੈਨਰਸ ਅਗਰ ਆਪਣੇ ਵਿੱਚ ਆਉਣਗੇ, ਆਪਸ ਵਿੱਚ ਚਾਰ ਬਣਾਂਗੇ, ਫਿਰ ਹੀ ਦੂਸਰਿਆਂ ਨੂੰ ਸਿਖਾਵਾਂਗੇ। ਔਰ ਸੁਝਾਅ ਦੇਣ ਦੀ ਮੇਰੀ ਔਕਾਤ ਨਹੀਂ ਹੈ, ਮੈਂ ਇਹਨੇ ਕਾਬਿਲ ਨਹੀਂ। ਵਚਨਬੱਧਤਾ ਕਿ ਮੈਂ ਅਰਦਾਸ ਕਰਾਂਗਾ ਜ਼ਰੂਰ। ਧੰਨਵਾਦ। ਮੇਰਾ ਰਜਿਸਟ੍ਰੇਸ਼ਨ ਨੰਬਰ ਹੈ ਜੀ E19। ਮੈਂ ਅਕਾਲ ਅਕੈਡਮੀ ਪਰਿਵਾਰ ਦਾ ਇੱਕ ਟੀਚਰ ਹਾਂ, ਅਕਾਲ ਅਕੈਡਮੀ ਮਾਈਓ ਪੱਟੀ ਤੋਂ। ਇੱਥੇ ਆ ਕੇ ਬਹੁਤ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਿਆ। ਵੈਸੇ ਤਾਂ ਸਾਡਾ ਟਰਸਟ ਪਹਿਲਾਂ ਹੀ ਸਚਿਆਰ ਮਨੁੱਖ ਦੀ ਘਾਟ ਲਈ ਤਤਪਰ ਹੈ, ਪਰ ਇੱਥੇ ਸਿੱਖੀਆਂ ਹੋਈਆਂ ਗੱਲਾਂ ਨੂੰ ਮੈਂ ਹੋਰ ਵੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਬੱਚਿਆਂ 'ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ ਜੀ। ਧੰਨਵਾਦ। ਪਿੱਛੇ ਲੈ F4 ਸੁੱਖਾ ਸਿੰਘ ਦਸ਼ਮੇਸ਼ ਪਬਲਿਕ ਸਕੂਲ ਪੱਟੀ ਜੀ। ਆਪਣੇ ਆਪ ਅਰਦਾਸ ਕਰਦਾ ਜੀ, ਦਸਵੰਧ ਬਾਰੇ ਲਿਖ ਚੁੱਕਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਕਰਦੇ ਉਧਰੋਂ ਬਾਰ-ਬਾਰ ਆਵਾਜ਼ ਆ ਰਹੀ ਹੈ ਜੀ, ਇਧਰੋਂ ਪਾਸੇ। ਮਾਈ ਨੇਮ ਰਾਜਵੀਰ। ਮਿੰਟ ਥੋੜੇ ਰਹਿ ਗਏ। ਪਛਾਣ ਮੇਰੀ ਚੌਂਕੀਦਾਰ ਪਿੰਗਲਵਾੜਾ। ਪ੍ਰਿੰਸੀਪਲ ਸਾਹਿਬ ਨੂੰ ਮੇਰੀ ਛੋਟੀ ਜਿਹੀ ਗੁਜ਼ਾਰਿਸ਼ ਆ ਕਿ ਸਵੇਰੇ ਮਾਰਨਿੰਗ ਅਸੈਂਬਲੀ ਤੋਂ ਸਕੂਲ ਸ਼ੁਰੂ ਹੁੰਦਾ। ਪ੍ਰਿੰਸੀਪਲ ਸਾਹਿਬਾਂ ਦੀ ਬੇਨਤੀ ਆ, ਉਹਨਾਂ ਦੀ ਡਿਊਟੀ ਆ ਕਿ ਉਹ ਮਾਰਨਿੰਗ ਅਸੈਂਬਲੀ 'ਚ ਜਾਣ। ਬਹੁਤ ਸਾਰੇ ਪ੍ਰਿੰਸੀਪਲ ਮਾਰਨਿੰਗ ਅਸੈਂਬਲੀ 'ਚ ਨਹੀਂ ਜਾਂਦੇ, ਔਰ ਸਟਾਫ ਦਾ ਤੇ ਬੱਚਿਆਂ ਦਾ ਚਿਹਰਾ ਜਿਹੜਾ ਉਹ ਤੱਕਣ ਦਾ ਮੌਕਾ ਉਹਨਾਂ ਨੂੰ ਮਾਰਨਿੰਗ ਅਸੈਂਬਲੀ 'ਚ ਮਿਲਦਾ ਕਿ ਦੇਖਣ ਕਿ ਕੀ ਸਾਡੀਆਂ ਜਿਹੜੀਆਂ ਬੇਟੀਆਂ ਅਧਿਆਪਕ ਆਈਆਂ ਨੇ, ਇਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ, ਇਹ ਘਰੋਂ ਖੁਸ਼ ਆਈਆਂ, ਇਹਨਾਂ ਦਾ ਮੂਡ ਜੇ ਸਟੱਡੀ ਵਾਸਤੇ ਆਈਆਂ ਉਹ ਸਟੱਡੀ ਵਾਸਤੇ ਇਹਨਾਂ ਦਾ ਮੂਡ ਹੈ। ਇਹ ਮੇਰੀ ਗੁਜ਼ਾਰਿਸ਼ ਹੈ ਛੋਟੀ ਜੀ। ਬਾਕੀ ਮੈਨੂੰ 970 ਸਕੂਲਾਂ ਜਾਣ ਦਾ ਮੌਕਾ ਮਿਲਿਆ, 10 ਸਾਲ ਪੌਦੇ ਲਵਾਉਣ ਦਾ। ਕੁਦਰਤੀ ਖੇਤੀ ਅਸੀਂ ਕਰਦੇ ਹਾਂ। ਵਰਿੰਦਰਪਾਲ ਜੀ ਇਸ਼ਾਰੇ ਕਰ ਰਹੇ ਵੀ ਬਹਿ ਜਾਓ, ਤੇ ਮੈਂ ਨਹੀਂ ਕਰਦਾ ਜੀ, ਇੱਧਰੋਂ ਆਵਾਜ਼ ਆਉਂਦੀ ਹੈ। ਪਰ ਵਰਿੰਦਰਪਾਲ ਜੀ ਨੇ ਮੁਨਾਸਬ ਨਹੀਂ ਸਮਝਿਆ ਕਿ ਬੀਬੀ ਜੀ ਨੂੰ ਖੁਸ਼ ਰੱਖ ਲਓ, ਬਾਕੀ ਪਿੰਗਲਵਾੜੇ ਵਾਲੇ ਭੇਡਾਂ ਬੱਕਰੀਆਂ ਨੇ, ਇਹਨਾਂ ਨੂੰ ਟਾਈਮ ਦੇਣ ਦੀ ਕੋਈ ਲੋੜ ਨਹੀਂ। ਵਰਿੰਦਰਪਾਲ ਜੀ ਸੁਣ ਰਹੇ ਮੇਰੀ ਗੱਲ? ਸੁਣੀ ਮੈਨੂੰ ਖੜੋ ਸੁਣ। ਮੈਂ ਦੁਹਰਾ ਦਿੰਦਾ। ਮੈਂ ਕਿਹਾ ਵਰਿੰਦਰਪਾਲ ਜੀ ਨੇ ਇਹ ਸਮਝਿਆ, ਮੇਰੇ ਵੀਰ ਨੇ, ਵਿਗਿਆਨੀ ਨੇ, ਬੜੇ ਲਾਇਕ ਨੇ, ਮੈਂ ਦਫ਼ਤਰ ਵੀ ਗਿਆ, ਘਰ ਵੀ ਗਿਆ ਇਹਨਾਂ ਦੇ, ਇਹਨਾਂ ਇਹ ਸਮਝ ਲਿਆ ਵੀ ਬੀਬੀ ਇੰਦਰਜੀਤ ਕੌਰ ਨੂੰ ਖੁਸ਼ ਕਰ ਲਓ, ਬਾਕੀਆਂ ਨੂੰ ਪੁੱਛਣ ਦੀ ਲੋੜ ਨਹੀਂ, ਬਾਕੀ ਸਾਰੇ ਭੇਡਾਂ ਬੱਕਰੀਆਂ ਨੇ ਜਿੰਨੇ ਕਿ ਇੱਥੋਂ ਦੇ ਸੇਵਾਦਾਰ ਨੇ। ਸੋ ਇਹਨਾਂ ਦੀ ਮਿਹਰਬਾਨੀ, ਵੈਲਕਮ, ਤੁਹਾਡਾ ਵੀ ਸਾਰਿਆਂ ਦਾ ਵੈਲਕਮ। ਇਹ ਜੋ ਕਹਿੰਦੇ ਸਾਰਾ ਸਿਰ ਮੱਥੇ ਜੀ, ਇਹ ਵੱਡੇ ਵੀਰ ਨੇ, ਸਭ ਕੁਝ ਕਹਿ ਸਕਦੇ, ਸਾਰਾ ਉਹ ਪਰਚੋਲੀ 'ਚ ਪਵਾ ਲਿਆ ਜੀ। 7 ਵਚਨ ਜੀ। ਅਸੀਂ ਵੈਸੇ ਕਨਵੇ